ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਕਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ। ਸੋਈ ਜਿਉ ਨਾ ਵੱਜਦਾ, ਜਿਸ ਅੱਲਾ ਕਰਦਾ ਸਾਰ। ਸੋਈ ਜਿਉ ਨਾ ਵੱਜਦਾ, ਜਿਸ ਅੱਲਾ ਕਰਦਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀਓ, ਦਸੰਬਰ ਦਾ ਮਹੀਨਾ ਬਹੁਤ ਹੀ ਠੰਡਾ, ਸਿੱਖ ਇਤਿਹਾਸ ਵਾਸਤੇ ਬੜਾ ਕਰੁਣਾਮਈ, ਵਿਰਾਗਮਈ, ਦੁਖਮਈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ, ਅਣਗਿਣਤ ਸੂਰਬੀਰ ਸਿੱਖ ਸ਼ਹਾਦਤ, ਗੁਰੂ ਸਾਹਿਬ ਜੀ ਦੇ ਜੀਵਨ ਦੇ ਬੜੇ ਦੁਖਦਾਈ ਪਲ ਇਸ ਮਹੀਨੇ ਨਾਲ ਜੁੜੇ ਹੋਏ ਨੇ। ਅੱਜ ਦਾ ਦਿਨ ਆਪਾਂ ਵਿਸ਼ੇਸ਼ ਤੌਰ ਤੇ ਛੋਟੀਆਂ ਜੰਦਾਂ, ਵੱਡਾ ਸਾਕਾ, ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ, ਦੋ ਸ਼ਲੋਕ, ਇੱਕ ਸ਼ਲੋਕ ਕਬੀਰ ਸਾਹਿਬ ਜੀ ਦੇ ਪਾਠ ਵਿੱਚੋਂ, ਇੱਕ ਬਾਬਾ ਫਰੀਦ ਸਾਹਿਬ ਜੀ ਦੇ ਪਾਠ ਵਿੱਚੋਂ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਿਆ ਹੋਇਆ ਹੈ। ਸੋਚ ਬਾਬਾ ਫਰੀਦ ਸਾਹਿਬ ਜੀ ਦੀ, ਉਹਨੂੰ ਹੋਰ ਜ਼ਿਆਦਾ ਪ੍ਰਗਟ ਕਰਨ ਦਾ ਮਹਾਰਾਜ ਨੇ ਯਤਨ ਕੀਤਾ ਹੈ। ਇਹ ਦੋਵੇਂ ਸ਼ਲੋਕਾਂ ਦੇ ਸੰਦਰਭ ਦੇ ਵਿੱਚ ਆਪਾਂ ਗੰਗੂ ਦੀ ਮਨੋਦਸ਼ਾ ਨੂੰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਝਣ ਦਾ ਯਤਨ ਕਰਾਂਗੇ। ਜਿਹੜੇ ਤੁਹਾਡੇ ਵਿੱਚੋਂ ਬਾਣੀ ਦੇ ਰਸੀਏ ਨੇ, ਉਹਨਾਂ ਨੂੰ ਜ਼ਿਆਦਾ ਗੱਲ ਸਮਝ ਵਿੱਚ ਆਏਗੀ, ਪਕੜ ਦੇ ਵਿੱਚ ਆਏਗੀ। ਕਹਾਣੀ ਰਸ ਵੀ ਨਾਲ ਆਪਾਂ ਲਵਾਂਗੇ ਤੇ ਨਾਲ ਆਪਾਂ ਗੁਰਮਤ ਸੋਚ ਨੂੰ ਵੀ ਸਮਝਣ ਦਾ ਯਤਨ ਕਰਾਂਗੇ। ਆਓ ਉਹਨਾਂ ਮਹਾਨ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ, ਮਹਾਨ ਸਿੱਖ ਸ਼ਹੀਦਾਂ ਨੂੰ, ਦਸਮੇਸ਼ ਜੀ ਦੇ ਉਹ ਸਾਰੇ ਦੁਖੜਿਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਇੱਕ ਵਾਰੀ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ। ਸਿਆਣੇ ਕਹਿੰਦੇ ਨੇ ਹਰ ਇੱਕ ਮਨੁੱਖ ਵਿਕਾਊ ਹੈ, ਬਸ਼ਰਤੇ ਕਿ ਉਹਨੂੰ ਉਹਦੀ ਕੀਮਤ ਮਿਲ ਜਾਏ। ਇਮਾਨਦਾਰੀ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਨੂੰ ਮਨੁੱਖ ਦੀ ਕੀਮਤ ਨਹੀਂ ਮਿਲਦੀ। ਕਈ ਵਾਰੀ ਇਮਾਨਦਾਰੀ ਦੀਆਂ ਲੋਕ ਡੀਂਗਾਂ ਬਹੁਤ ਮਾਰਦੇ ਨੇ, ਔਰ ਉਹੀ ਅਖੌਤੀ ਇਮਾਨਦਾਰ ਜਦੋਂ ਉਹਨਾਂ ਨੂੰ ਕੀਮਤ ਮਿਲ ਜਾਂਦੀ ਹੈ ਤੇ ਉਹਨਾਂ ਦੀ ਇਮਾਨਦਾਰੀ ਦੀ ਹਵਾ ਨਿਕਲ ਜਾਂਦੀ। ਧਾਰਮਿਕ ਦੁਨੀਆ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਕਹੀ ਗਈ ਹੈ, ਮਾਇਆ ਦੇ ਉੱਪਰ ਸਵਾਰ ਹੋਣਾ ਹੈ, ਮਾਇਆ ਨੂੰ ਆਪਣੇ ਉੱਪਰ ਸਵਾਰ ਨਹੀਂ ਹੋਣ ਦੇਣਾ। ਮਾਇਆ ਨੂੰ ਧਾਰਮਿਕ ਦੁਨੀਆ ਦੇ ਵਿੱਚ ਬਹੁਤ ਬੁਰਾ ਕਿਹਾ ਗਿਆ, ਸਪਣੀ ਕਿਹਾ ਗਿਆ, ਜ਼ਹਿਰ ਕਿਹਾ ਗਿਆ। ਔਰ ਮਾਇਆ ਨੂੰ ਕਾਬੂ ਵਿੱਚ ਕਰਨ ਵਾਸਤੇ ਸਿਮਰਨ, ਬੰਦਗੀ, ਭਗਤੀ, ਬਹੁਤ ਸਾਰੇ ਸਾਧਨ ਦਰਸਾਏ ਗਏ। ਮਾਇਆ ਨੂੰ ਬੜਾ ਨਕਾਰਿਆ ਗਿਆ। ਗੁਰਬਾਣੀ ਨੇ ਮਾਇਆ ਨੂੰ ਬੁਰਾ ਨਹੀਂ ਕਿਹਾ, ਬਲਕਿ ਕਿਰਤ ਕਰਨੀ ਇਸੇ ਵਾਸਤੇ ਹੈ ਤਾਂ ਕਿ ਮਾਇਆ ਕਮਾ ਕੇ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ। ਲੇਕਿਨ ਮਾਇਆ ਦੀ ਪਕੜ ਵਿੱਚ ਨਹੀਂ ਜਾਣਾ, ਮਾਇਆ ਨੂੰ ਆਪਣੇ ਕਾਬੂ ਦੇ ਵਿੱਚ ਰੱਖਣਾ ਹੈ। ਇਹ ਸਿੱਖੀ ਦਾ ਫਾਰਮੂਲਾ ਹੈ ਜੋ ਗੁਰਮਤਿ ਸਾਨੂੰ
ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀ ਹੈ ਕਿ ਕਿਵੇਂ ਅਸੀਂ ਮਾਇਆ ਦੀ ਪਕੜ ਵਿੱਚ ਨਹੀਂ ਆਉਣਾ, ਬਲਕਿ ਮਾਇਆ ਨੂੰ ਸਾਧਨ ਬਣਾ ਕੇ ਆਪਣੇ ਵੀ ਕਾਰਜ ਸਵਾਰਨੇ ਨੇ ਤੇ ਸਮਾਜ ਦਾ ਵੀ ਭਲਾ ਕਰਨਾ ਹੈ। ਜਿੰਨੀ ਜ਼ਿਆਦਾ ਸਿੱਖ ਮਾਇਆ ਕਮਾਏਗਾ, ਉਨਾ ਹੀ ਜ਼ਿਆਦਾ ਉਹ ਪਰਿਵਾਰਕ ਤੌਰ ਤੇ, ਸੰਸਾਰਿਕ ਤੌਰ ਤੇ ਕਾਮਯਾਬ ਮੰਨਿਆ ਜਾਏਗਾ। ਧਾਰਮਿਕ ਤੌਰ ਤੇ ਵੱਧ ਦਸਵੰਧ ਕੱਟੇਗਾ, ਦਸਵੰਧ ਵੱਧ ਹੋਏਗੀ, ਸਿੱਖ ਵੱਧ ਤੋਂ ਵੱਧ ਸਮਾਜ ਦੇ ਭਲੇ ਵਾਸਤੇ ਲੰਗਰ ਲਾ ਸਕਣਗੇ, ਕਿਸੇ ਨੰਗੇ ਨੂੰ ਵਸਤਰ ਦੇ ਸਕਣਗੇ, ਕਿਸੇ ਦਾ ਘਰ ਬਣਾ ਸਕਣਗੇ, ਲੋੜਾਂ ਸਮਾਜ ਦੀਆਂ ਪੂਰੀਆਂ ਕਰਨਗੇ। ਲੋੜਾਂ ਸਮਾਜ ਦੀਆਂ ਪੂਰੀਆਂ ਹੋਣਗੀਆਂ, ਸਮਾਜ ਦੇ ਵਿੱਚ ਬਾਬੇ ਨਾਨਕ ਦੀ ਸੋਚ ਦਾ ਬੋਲਬਾਲਾ ਹੋਏਗਾ। ਇਸ ਵਾਸਤੇ ਮਾਇਆ ਨੂੰ ਗੁਰਮਤਿ ਨੇ ਕਦੇ ਵੀ ਮਾੜਾ ਨਹੀਂ ਕਿਹਾ, ਪਰ ਮਾਇਆ ਕਮਾਉਣੀ ਹੈ ਦਸਾਂ ਨੌਹਾਂ ਦੀ, ਮਿਹਨਤ ਦੀ, ਧਰਮ ਦੀ, ਤੇ ਚੇਤੇ ਰੱਖਣਾ ਹੈ ਕਿ ਮਾਇਆ ਦੀ ਪਕੜ ਦੇ ਵਿੱਚ ਨਹੀਂ ਜਾਣਾ, ਕਿਉਂਕਿ ਮਾਇਆ ਦੀ ਪਕੜ ਦੇ ਵਿੱਚ ਭਾਵੇਂ ਆਮ ਵਿਅਕਤੀ ਚਲਾ ਜਾਏ ਤੇ ਭਾਵੇਂ ਧਾਰਮਿਕ ਵਿਅਕਤੀ ਚਲਾ ਜਾਏ, ਫਿਰ ਉਹ ਵਿਕ ਜਾਂਦਾ ਹੈ। ਵਿਕਦੇ ਕੌਣ ਨੇ? ਜਿਹੜੇ ਬੰਦੇ ਮਾਇਆ ਦੀ ਪਕੜ ਵਿੱਚ ਚਲੇ ਜਾਂਦੇ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਕਈ ਵਾਰ ਐਸਾ ਵਾਪਰਦਾ ਹੈ ਕਿ ਬੰਦਾ ਮਾਇਆ ਦੇ ਢਾਹੇ ਚੜ ਕੇ ਆਪਣੇ ਧਰਮ ਨੂੰ, ਆਪਣੀ ਸੋਚ ਨੂੰ, ਬਣਿਆ ਹੋਇਆ ਉਹਦਾ ਜਿਹੜਾ ਸਮਾਜ ਦੇ ਵਿੱਚ ਵਿਸ਼ਵਾਸ ਹੈ, ਉਹਨੂੰ ਵੀ ਗਵਾ ਬੈਠਦਾ ਹੈ। ਦੁਨੀ ਸਿਓ ਭਾਵ ਦੁਨੀਆ ਦੀ ਜਿਹੜੀ ਮਾਇਆ ਹੈ। ਹਾਲਾਂਕਿ ਮਾਇਆ ਬੰਦੇ ਦੇ ਨਾਲ ਨਹੀਂ ਜਾਂਦੀ। ਕਈ ਵਾਰ ਮਾਇਆ ਬਦਲੇ ਬੰਦਾ ਆਪਣਾ ਈਮਾਨ ਵੇਚ ਦਿੰਦਾ ਹੈ, ਆਪਣੀ ਸੋਚ, ਬਣੀ ਹੋਈ ਸਮਾਜ ਦੇ ਵਿੱਚ ਉਹਦੀ ਭੱਲ, ਉਹਦਾ ਨਾਮਣਾ, ਉਹ ਸਾਰੇ ਕੁਝ ਨੂੰ ਖੇਹ ਕਰ ਦਿੰਦਾ ਹੈ। ਪਰ ਜਿਹੜੀ ਮਾਇਆ ਕਰਕੇ ਉਹ ਆਪਣਾ ਸਾਰਾ ਨਾਮਣਾ ਬਰਬਾਦ ਕਰ ਲੈਂਦਾ ਹੈ, ਮਾਇਆ ਇੱਥੇ ਹੀ ਰਹਿ ਜਾਂਦੀ ਹੈ ਤੇ ਬੰਦਾ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਬੰਦਾ ਇੰਨਾ ਗਫਲਤ ਵਿੱਚ ਚਲਿਆ ਜਾਂਦਾ ਹੈ, ਅਗਿਆਨਤਾ ਵਿੱਚ। ਔਰ ਇਹ ਉਹ ਆਮ ਬੰਦੇ ਦੀ ਗੱਲ ਨਹੀਂ, ਉਹ ਮੇਰੇ ਵਰਗਿਆਂ ਦੀ ਵੀ ਗੱਲ ਹੈ, ਉਹ ਤੁਹਾਡੇ ਵਿੱਚ ਬੈਠੇ ਹੋਏ ਸਮਝਦਾਰ ਲੋਕਾਂ ਦੀ ਵੀ ਗੱਲ ਹੈ, ਜਿਹੜੇ ਗੱਲ ਨੂੰ ਸਮਝਦੇ ਨੇ, ਜਿਹੜੇ ਗੱਲ ਸੁਣਾਉਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਵੀ ਕਈ ਵਾਰ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲੈਂਦੇ ਨੇ। ਜਿਸ ਟਾਹਣੀ ਤੇ ਬੰਦਾ ਬੈਠਾ ਹੋਵੇ, ਜੇ ਉਸੇ ਟਾਹਣੀ ਨੂੰ ਵੱਢਣ ਲੱਗ ਪਏ, ਫਿਰ ਉਹ ਡਿੱਗ ਜਾਵੇ, ਸੱਟ ਲੱਗ ਜਾਏ, ਮੌਤ ਦੀ ਅਗੋਚ ਵਿੱਚ ਚਲਿਆ ਜਾਏ, ਉਸ ਬੰਦੇ ਨੂੰ ਸਿਆਣਾ ਨਹੀਂ ਕਿਹਾ ਜਾਂਦਾ। ਪਰ ਬਾਬਾ ਜੀ ਕਹਿੰਦੇ ਨੇ ਆਮ ਤੌਰ ਤੇ ਦੁਨੀਆ ਦੇ ਵਿੱਚ ਐਵੇਂ ਹੁੰਦਾ ਹੈ ਕਿ ਪਾਏ ਕੁਹਾੜਾ ਮਾਰਿਆ ਕਿੰਨੇ ਗਾਫਲ ਆਪਣੇ ਹਾਥ। ਇਸੇ ਗੱਲ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਤੇ ਉਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੋਰ ਵਿਖਿਆਨ ਕੀਤਾ। ਮਹਿਲਾ ਪੰਜਵਾਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਕਹਿੰਦੇ ਬੰਦਾ ਉਸ ਧੂਟੇ ਦੇ ਨਿਆਈ ਹੈ, ਉਸ ਬਾਜੇ ਦੇ ਨਿਆਈ ਹੈ, ਜਿਸ ਬਾਜੇ ਦੇ ਵਿੱਚ ਕੋਈ ਫੂਕ ਮਾਰਦਾ ਹੈ ਤੇ ਉਹ ਅੱਗੋਂ ਭਾਂ ਭਾਂ ਕਰਕੇ ਵੱਜਦਾ ਹੈ। ਦੁਨੀ ਵਜਾਈ ਵੱਜਦੀ। ਕਹਿੰਦੇ ਦੁਨੀਆ ਮਾਇਆ ਦੀ ਵਜਾਈ ਹੋਈ ਵੱਜਦੀ ਹੈ। ਮਾਇਆ ਵਜਾ ਰਹੀ ਹੈ ਤੇ ਬੰਦਾ ਬਾਜੇ ਵਾਂਗੂ ਅੱਗੇ ਵੱਜ ਰਿਹਾ ਹੈ। ਜਿਹੜੀਆਂ ਗੱਲਾਂ ਉੱਚੀਆਂ ਉੱਚੀਆਂ ਗੱਲਾਂ ਬੰਦਾ ਕਰਦਾ ਹੈ ਨਾ, ਅਸਲ ਦੇ ਵਿੱਚ ਉਹ ਪਿੱਛੋਂ ਮਾਇਆ ਜਦੋਂ ਫੂਕ ਮਾਰਦੀ ਹੈ, ਮਾਇਆ ਦੇ ਵਜਾਇਆ ਬਾਜੇ ਵਾਂਗੂ ਬੰਦਾ ਵੱਜਦਾ ਹੈ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜੇ ਨਾਲ। ਕਹਿੰਦੇ ਮਤਾ ਸੋਚੀ ਤੂੰ ਦੂਜਿਆਂ ਤੋਂ ਬਾਹਰ ਹੈ, ਤੂੰ ਉਸੇ ਕਤਾਰ ਦੇ ਵਿੱਚ ਖੜੋਤਾ ਹੋਇਆ। ਮਾਇਆ ਤੈਂ ਧੂਤੇ ਦੇ ਵਿੱਚ ਵੀ ਜਦੋਂ ਫੂਕ ਮਾਰਦੀ ਤੇ ਤੂੰ ਵੀ ਵੱਜਦਾ ਹੈ। ਤੂੰ ਵੀ ਵੱਜੈ ਨਾਲ। ਫਿਰ ਕੌਣ ਬਚ ਕੇ ਰਹਿੰਦਾ? ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਵੱਜਦਾ ਕੌਣ ਹੈ? ਕਹਿੰਦੇ ਉਹ ਵਾਜਾ ਨਹੀਂ ਬਣਦਾ ਜਿਹਦੀ ਵਾਹਿਗੁਰੂ ਸੰਭਾਲ ਕਰਦਾ ਹੈ। ਨਹੀਂ ਤੇ ਮਾਇਆ ਸਾਰਿਆਂ ਦੇ ਵਿੱਚ ਆਪਣੀ ਫੂਕ ਭਰਨ ਦਾ ਯਤਨ ਕਰਦੀ ਹੈ, ਜਿਹਦੀ ਵਾਹਿਗੁਰੂ ਸੰਭਾਲ ਕਰਦਾ ਹੈ। ਹੁਣ ਤੁਸੀਂ ਦੇਖੋ ਆਪਣੇ ਇਤਿਹਾਸ ਨੂੰ। ਮੈਂ ਜਦੋਂ ਇਹ ਸਾਰੇ ਘਟਨਾਕ੍ਰਮ ਨੂੰ ਵਿਚਾਰਨ ਦਾ ਯਤਨ ਕਰਦਾ ਹਾਂ, ਬਹੁਤ ਸਾਰੀਆਂ ਸ਼ਖਸੀਅਤਾਂ ਮੈਨੂੰ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੀ ਅੱਲਾ ਨੇ ਸਾਰ ਕੀਤੀ, ਉਹ ਵਾਜੇ ਬਣ ਕੇ ਨਹੀਂ ਵੱਜੇ। ਭਾਵੇਂ ਉਹਨਾਂ ਮਹਾਨ ਸਿੱਖਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਈਮਾਨ ਨਹੀਂ ਡੁਲਾਇਆ, ਜਿਨ੍ਹਾਂ ਨੇ ਮੌਤ ਨੂੰ ਕਬੂਲ ਕੀਤਾ, ਭਾਵੇਂ ਉਹ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਭਾਵੇਂ ਗੱਲ ਕਰੀਏ
ਕੋਟਲਾ ਨਿਹੰਗ ਖਾਂ ਦਾ ਭਾਵੇਂ ਗੱਲ ਕਰੀਏ ਰਾਏ ਕੱਲੇ ਦੀ, ਭਾਵੇਂ ਗਲੀ ਖਾਂ ਤੇ ਨੜੀ ਖਾਂ ਦੀ ਗੱਲ ਕਰੀਏ, ਮੋਤੀ ਮਹਿਲ ਦੀ ਗੱਲ ਕਰੀਏ, ਛੋਟੇ ਸਾਹਿਬਜ਼ਾਦਿਆਂ ਨਾਲ ਜੁੜਿਆ ਹੋਇਆ ਸਾਕਾ, ਟੋਡਰ ਮੱਲ ਦੀ ਗੱਲ ਕਰੀਏ, ਮਾਇਆਧਾਰੀ ਬੰਦੇ ਦੀ ਤੇ ਹੋਰ ਵਾਸ਼ਨਾ ਹੁੰਦੀ ਹੈ, ਹੋਰ ਮਾਇਆ ਮਿਲ ਜਾਏ। ਕਿੰਨੇ ਐਵੇਂ ਦੇ ਲੋਕ ਨੇ ਜਿਨ੍ਹਾਂ ਨੂੰ ਮਾਇਆ ਦੀ ਆਫਰ ਆਈ ਹੋਏਗੀ। ਸਾਹਿਬਜ਼ਾਦਿਆਂ ਬਾਰੇ ਤੇ ਆਪਾਂ ਕਹਿੰਦੇ ਹੀ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਦੁੱਧ ਮਲਾਈਆਂ ਨਾਲ ਪਾਲਿਆ ਜਾਏਗਾ, ਬੇਗਮਾਂ ਦੇ ਡੋਲੇ ਤੋਰੇ ਜਾਣਗੇ, ਮਹਿਲ ਮਾੜੀਆਂ ਰਾਜ ਦਿੱਤਾ ਜਾਏਗਾ। ਬਸ ਇਸਲਾਮ ਨੂੰ ਕਬੂਲ ਕਰ ਲਓ। ਇਹ ਰਸਤਾ ਜਿਹੜਾ ਤੁਹਾਡੇ ਪਿਤਾ ਦਾ ਹੈ, ਜਿਹੜਾ ਤੁਸੀਂ ਅਪਣਾਇਆ, ਇਹ ਰਸਤਾ ਜਿਹੜਾ ਮੌਤ ਦੇ ਮੂੰਹ ਵਿੱਚ ਜਾਂਦਾ ਹੈ, ਇਸ ਰਸਤੇ ਤੇ ਤੁਰਨਾ ਛੱਡ ਦਿਓ। ਮਾਲ ਮੱਤਾ ਤੁਹਾਨੂੰ ਬੇਅੰਤ ਮਿਲੇਗਾ ਪਰ ਨਹੀਂ ਵਿਕੇ। ਲੇਕਿਨ ਕਮਾਲ ਦੀ ਗੱਲ ਹੈ, ਅਸੀਂ ਪਤਾ ਨਹੀਂ ਕਿਹੜੇ ਡਰ ਦੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੰਗੂ ਇੱਕ ਬ੍ਰਾਹਮਣ ਸੀ, ਉਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਸੀ। ਪਰ ਖਿਆਲ ਕਰਿਓ, ਸਮਾਂ ਬਦਲ ਚੁੱਕਿਆ ਹੈ। ਹੁਣ ਨਿਡਰ ਹੋ ਕੇ ਇਹ ਮੰਨਣਾ ਪਏਗਾ ਕਿ ਉਹਦਾ ਸੰਬੰਧ ਗੁਰੂ ਘਰ ਦੇ ਨਾਲ ਸੀ। ਉਹਦੀ ਮਾਂ ਦਾ ਨਾਂ ਸ਼ੋਭੀ ਸੀ ਤੇ ਪਤਨੀ ਦਾ ਨਾਂ ਪਤਾ ਕੀ ਸੀ? ਗੁਰਦਈ। ਹੁਣ ਤੁਸੀਂ ਆਪ ਵਿਚਾਰੋ, ਗੁਰਦਈ ਕੌਣ ਆਪਣੀ ਧੀ ਦਾ ਨਾਂ ਰੱਖ ਸਕਦਾ ਹੈ? ਇੱਕ ਸਿੱਖ। ਤੇ ਇੱਕ ਸਿੱਖ ਜਿਸ ਧੀ ਦਾ ਨਾਂ ਉਹਨੇ ਗੁਰਦਈ ਰੱਖਿਆ ਹੈ, ਉਹ ਕਿਸੇ ਨੌਨ ਸਿੱਖ ਦੇ ਨਾਲ ਆਪਣੀ ਧੀ ਨੂੰ ਵਿਆਹੇਗਾ? ਅੱਜ ਦਾ ਸਮਾਂ ਭਾਵੇਂ ਬਦਲ ਗਿਆ, ਮਾਇਆ ਦਾ ਸਾਡੇ ਤੇ ਜ਼ਿਆਦਾ ਪ੍ਰਭਾਵ ਹੈ। ਅਸੀਂ ਮਾਇਆ ਦੇ ਧੂਤੇ ਬਣੇ ਹੋਏ ਹਾਂ ਤੇ ਧੂਤੇ ਬਣ ਕੇ ਥਾਂ ਥਾਂ ਤੇ ਵੱਜਦੇ ਪਏ ਹਾਂ। ਅੱਜ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿ ਗੁਰੂ ਦਰਬਾਰ ਦੇ ਵਿੱਚ ਮਰਿਆਦਾ ਕੀ ਹੁੰਦੀ ਹੈ, ਬਾਹਰ ਅਸੀਂ ਕਿਵੇਂ ਵਿਚਰਨਾ ਹੈ, ਅਸੀਂ ਸਮਾਜ ਦੇ ਵਿੱਚ ਰਹਿਣਾ ਹੈ। ਕੋਈ ਇਹ ਨਾ ਕਹੇ ਕਿ ਇਹ ਬੰਦੇ ਨੇ ਕੁਝ ਅਣਹੋਣੀ ਕਰ ਦਿੱਤੀ। ਇਹ ਤਾਂ ਕਹਿੰਦੇ ਨੇ ਸਾਡਾ ਇਤਿਹਾਸ ਐਵੇਂ ਦਾ, ਅਸੀਂ ਬੰਦ ਕਟਵਾ ਲੈਂਦੇ ਹਾਂ। ਇਹ ਤਾਂ ਥਾਂ ਥਾਂ ਤੇ ਵਿਕਦਾ ਫਿਰਦਾ ਹੈ, ਇਹ ਤਾਂ ਥਾਂ ਥਾਂ ਤੇ ਸਮਝੌਤੇ ਕਰਦਾ ਫਿਰਦਾ ਹੈ। ਪਰ ਉਦੋਂ ਦੇ ਸਿੱਖ ਐਵੇਂ ਨਹੀਂ ਸਨ। ਖਿਆਲ ਕਰਿਓ, ਗੁਰਦਈ ਆਪਣੀ ਧੀ ਸਿੱਖ ਨੇ ਸਿੱਖ ਨਾਲ ਹੀ ਵਿਆਹੀ ਹੋਏਗੀ। ਫਿਰ ਦੂਜੀ ਗੱਲ ਹੋਰ ਸਮਝਿਓ, ਗੁਰੂ ਗੋਬਿੰਦ ਸਿੰਘ ਦਾ ਹੋਵੇ ਲੰਗਰ ਤੇ ਉਸ ਲੰਗਰ ਦੇ ਵਿੱਚ ਸੇਵਾ ਕੌਣ ਕਰੇਗਾ? ਸਿੱਖ। ਹੋਵੇ ਗੁਰੂ ਗੋਬਿੰਦ ਸਿੰਘ ਤੇ ਉਹਦੇ ਮਨ ਦੇ ਵਿੱਚ ਇਹ ਭਾਵਨਾ ਹੋਵੇ ਕਿ ਮੈਂ ਖੱਤਰੀ ਹਾਂ ਤੇ ਮੇਰੀ ਰੋਟੀ ਕੇਵਲ ਬਾਹਮਣ ਪਕਾ ਸਕਦਾ ਹੈ। ਜਿਵੇਂ ਕਈਆਂ ਨੇ ਕਿਹਾ ਜੀ ਉਹ ਤਾਂ ਰਸੋਈਆ ਸੀ, ਉਹ ਨਹੀਂ ਭਾਈ, ਨਹੀਂ, ਨਿਰਾ ਰਸੋਈਆ ਨਹੀਂ ਸੀ, ਪੂਰਾ ਉਹਦੇ ਤੇ ਵਿਸ਼ਵਾਸ ਸੀ। ਐਵੇਂ ਨਹੀਂ। ਗੁਰੂ ਪਾਤਸ਼ਾਹ ਜੀ ਦੀ ਮਾਤਾ ਆਪਣੇ 2 ਪੋਤਰਿਆਂ ਨੂੰ ਲੈ ਕੇ ਉਹਦੇ ਨਾਲ ਤੁਰ ਪਈ, ਵਿਸ਼ਵਾਸ ਪਾਤਰ ਸੀ। ਗੁਰਦਈ ਉਹਦੀ ਪਤਨੀ ਦਾ ਨਾਂ ਹੈ। ਗੁਰੂ ਕੇ ਲੰਗਰ ਦੇ ਵਿੱਚ ਉਹ ਸੇਵਾ ਕਰਦਾ ਹੈ। ਇਹਦਾ ਅਰਥ ਇਹ ਵੀ ਬਣਦਾ ਹੈ, ਉਹ ਐਵੇਂ ਰਾਹ ਖੜੇ ਨਹੀਂ ਮਿਲਿਆ। ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਜੀ ਚੱਲੇ ਨੇ ਤਾਂ ਉਹ ਵੀ ਨਾਲ ਹੀ ਹੋਏਗਾ। ਦੂਨਾ ਸਿੰਘ ਹੰਡੂਰੀਆ ਇੱਕ ਪਹਾੜੀ ਸਿੱਖ ਹੋਇਆ। ਉਹਨੇ ਕਥਾ ਗੁਰੂ ਕੇ ਸੁਤਨ ਦੀ ਨਾਮ ਦੀ ਇੱਕ ਛੋਟੀ ਜੀ ਪੁਸਤਕ ਲਿਖੀ, ਜਿਹਨੂੰ ਡਾਕਟਰ ਪਿਆਰਾ ਸਿੰਘ ਪਦਮ ਹੁਣਾਂ ਨੇ ਸੰਪਾਦਿਤ ਕੀਤਾ ਹੈ। 4 ਸਾਹਿਬਜ਼ਾਦੇ ਨਾਂ ਦੀ ਬੁੱਕ ਵਿੱਚ, ਜਿੱਥੇ ਉਹ ਕਥਾ ਗੁਰੂ ਕੇ ਸੁਤਨ ਕੀ ਉਹ ਕਵਿਤਾ ਹੈ, ਉੱਥੇ ਅੱਲਾ ਯਾਰ ਖਾਂ ਜੋਗੀ ਦੀਆਂ ਦੋਵੇਂ ਕਵਿਤਾਵਾਂ ਨੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਪਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਪਰ। ਦੂਨਾ ਸਿੰਘ ਹੰਡੂਰੀਆ ਨੇ ਜਦੋਂ ਇਤਿਹਾਸ ਲਿਖਿਆ ਤਾਂ ਦੂਨਾ ਸਿੰਘ ਇਹ ਲਿਖਦਾ ਹੈ ਕਿ ਕਿਵੇਂ ਸਰਸਾ ਨਦੀ ਦੇ ਵਿਛੋੜੇ ਦੇ ਬਾਅਦ ਇੱਕ ਜਗ੍ਹਾ ਤੇ ਇੱਕ ਝੌਂਪੜੀ ਦੇ ਵਿੱਚ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਰੁਕੇ ਨੇ। ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਲక్ష్ਮੀ ਨਾਂ ਦੀ ਕੋਈ ਔਰਤ ਦਾ ਵੀ ਜ਼ਿਕਰ ਉਹਨੇ ਕੀਤਾ, ਜਿਹੜੀ ਰੋਟੀ ਪਾਣੀ ਉੱਥੇ ਪਕਾਉਂਦੀ ਰਹੀ, ਤੇ 2 ਮਸੰਦਾਂ ਦੀ ਉਹਨੇ ਗੱਲ ਕੀਤੀ ਹੈ, ਧੂਮਾ ਤੇ ਦਰਬਾਰੀ। ਉਹਨੇ ਗੰਗੂ ਨਹੀਂ ਲਿਖਿਆ। ਪਰ ਡਾਕਟਰ ਪਿਆਰਾ ਸਿੰਘ ਪਦਮ ਹੁਣੀ ਕਹਿੰਦੇ ਨੇ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਵਿਅਕਤੀ ਦਾ ਨਾਮ ਗੰਗੂ ਹੋ ਸਕਦਾ ਹੈ। ਧੂਮਾ ਤੇ ਦਰਬਾਰੀ ਉਹਨੇ ਮਸੰਦ ਲਿਖਿਆ। ਹੁਣ ਮਸੰਦ ਕੌਣ ਸਨ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਯਾਤੀ ਦੌਰਾਨ ਜਿਹੜੇ ਮਸੰਦ ਗੁਰਮਤਿ ਵਿਚਾਰਧਾਰਾ ਨੂੰ ਤਿਆਗ ਚੁੱਕੇ ਸਨ, ਉਹਨਾਂ ਨੂੰ ਸਜ਼ਾਈ ਦਿੱਤੀਆਂ, ਉਹਨਾਂ ਕੋਲੋਂ ਮਸੰਦ ਪੁਣਾ ਖੋਹ ਲਿਆ। ਫਿਰ ਪ੍ਰਵਾਨ ਕਿਹੜੇ ਰਹੇ? ਜਿਹੜੇ ਗੁਰੂ ਦੇ ਦਰਸਾਏ ਹੋਏ ਅਨੁਸਾਰ ਕੰਮ ਕਰ ਰਹੇ ਸਨ। ਇਹਦਾ ਅਰਥ ਧੂਮਾ ਤੇ ਦਰਬਾਰੀ ਇਹ ਜੇ ਉੱਥੇ ਮਿਲੇ ਨੇ ਗੁਰੂ ਪਾਤਸ਼ਾਹ ਜੀ ਦੀ ਮਾਤਾ ਨੂੰ, ਸਾਹਿਬਜ਼ਾਦਿਆਂ ਨੂੰ, ਤਾਂ ਇਹ ਪ੍ਰਮਾਣਿਤ ਮਸੰਦ ਹੀ ਹੋਣਗੇ।
ਇਸ ਦੇ ਬਾਵਜੂਦ ਖੇੜੀ ਪਿੰਡ ਤੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਅਰੈਸਟ ਕਰਵਾ ਦੇਣਾ ਕਾਹਦੇ ਵਾਸਤੇ? ਕੁਝ ਕਹਿੰਦੇ ਨੇ ਮਾਇਆ ਨਜ਼ਰ ਆਈ, ਮਾਤਾ ਜੀ ਦੇ ਕੋਲ ਕੋਈ ਗੁਥਲੀ ਸੀ ਮਾਇਆ ਦੀ। ਹੁਣ ਕਈਆਂ ਨੇ ਕਿਹਾ ਖੁਰਜੀ ਭਰੀ ਹੋਈ ਸੀ, ਕੋਈ ਕਹਿੰਦਾ ਘੋੜੇ ਦੇ ਉੱਤੇ ਮਾਲ ਲੱਦਿਆ ਸੀ। ਨਹੀਂ ਭਾਈ, ਤੁਰਨ ਦਾ ਜ਼ਿਕਰ ਆਇਆ ਹੈ, ਮਾਇਆ ਸਿੱਕਿਆਂ ਵਿੱਚ ਹੁੰਦੀ ਸੀ। ਕੋਈ ਭਾਰੀ ਖੁਰਜੀ ਮਾਇਆ ਦੀ ਚੁੱਕ ਕੇ ਬਜ਼ੁਰਗ ਮਾਤਾ ਕੋਲ ਤੁਰਿਆ ਨਹੀਂ ਸੀ ਜਾ ਸਕਦਾ। ਥੋੜੀ ਜੀ ਮਾਇਆ। ਆ ਜਿਹੜੇ ਭੈਣ ਭਰਾ ਜਾਣਦੇ ਨੇ 1947 ਦੇ ਵਿੱਚ ਜਦੋਂ ਦੇਸ਼ ਦੋ ਦੇਸ਼ਾਂ ਦੇ ਵਿੱਚ ਵੰਡਿਆ ਗਿਆ, ਆਜ਼ਾਦ ਹੋਣਾ ਤਾਂ ਇਹ ਸ਼ਬਦ ਵਰਤਣਾ ਹੀ ਨਹੀਂ ਚਾਹੀਦਾ। ਗੋਰੇ ਛੱਡ ਗਏ, ਦੋ ਭਾਗਾਂ ਵਿੱਚ ਦੇਸ਼ ਵੰਡਿਆ ਗਿਆ। ਵੰਡਿਆ ਵੀ ਕੌਣ ਗਿਆ? ਪੰਜਾਬ ਵੰਡਿਆ ਗਿਆ ਤੇ ਬੰਗਾਲ ਵੰਡਿਆ ਗਿਆ। ਸਭ ਤੋਂ ਜ਼ਿਆਦਾ ਨੁਕਸਾਨ ਜਿਸ ਕੌਮ ਦਾ ਹੋਇਆ ਉਹ ਸਿੱਖ ਸਨ। ਜਿਹੜੇ ਸਿੱਖ ਉਸ ਏਰੀਆ ਵਿੱਚੋਂ ਉੱਠ ਕੇ ਆਏ, ਜਿਹੜਾ ਪਾਕਿਸਤਾਨ ਬਣਿਆ, ਉਹ ਆਪ ਦੱਸਦੇ ਨਾ ਕੀ ਲਿਆ ਸਕਦੇ ਸਾਂ? ਨਾ ਮੱਝਾਂ, ਨਾ ਗਾਵਾਂ, ਨਾ ਮੰਜੀਆਂ, ਨਾ ਬਿਸਤਰੇ, ਨਾ ਖਾਣ ਪੀਣ ਦਾ ਕੋਈ ਸਾਧਨ। ਕੋਈ ਥੋੜਾ ਬਹੁਤ ਇੱਕ ਅੱਧ ਤੂੰ ਕਿਸੇ ਭੈਣ ਨੇ ਪਾਈ ਸੀ ਤੇ ਕਿਸੇ ਦੇ ਜੇਬ ਵਿੱਚ ਜੋ ਪੈ ਸਕਦਾ ਸੀ ਉਹ ਲੈ ਕੇ ਖਾਲੀ ਹੱਥੀਂ ਉਹ ਆ ਗਏ। ਤੇ ਇਧਰੋਂ ਪਾਕਿਸਤਾਨ ਗਏ ਮੁਸਲਮਾਨ ਭਰਾ ਵੀ ਇਹੀ ਕਹਿੰਦੇ ਨੇ ਕਿ ਜੋ ਉਹ ਜੇਬ ਵਿੱਚ ਪਾ ਸਕਦੇ ਸਨ ਉਹੀ ਲਿਜਾ ਸਕੇ, ਹੋਰ ਕੁਝ ਨਹੀਂ। ਐਵੇਂ ਸੋਚੋ ਕਿ ਅਨੰਦਪੁਰ ਸਾਹਿਬ ਤੋਂ ਜਦੋਂ ਮਾਤਾ ਜੀ ਤੁਰੇ, ਕੁਝ ਸਿੱਕੇ ਹੋ ਸਕਦੇ, ਕੋਈ ਗੁਥਲੀ ਹੋਵੇ ਜਿਹਦੇ ਵਿੱਚ ਮਾਇਆ ਸੀ। ਪਰ ਸਿਆਣੇ ਕਹਿੰਦੇ ਨੇ ਬੇਈਮਾਨੀ ਤੇ ਇਮਾਨਦਾਰੀ ਦੀ ਕੋਈ ਪਰਿਭਾਸ਼ਾ ਨਹੀਂ। ਬੰਦਾ ਲੱਖ ਦਾ ਇਮਾਨਦਾਰ ਹੋ ਸਕਦਾ ਹੈ ਕਿ ਕਿਸੇ ਦਾ ਲੱਖ ਰੁਪਈਆ ਲੱਭ ਗਿਆ ਤੇ ਉਹ ਫੜਾ ਦੇਵੇ, ਗੱਡ ਮੰਨਦੀ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕੋਈ ਪਤਾ ਨਹੀਂ ਮਨ ਨੇ ਕਦੋਂ ਸਲਿੱਪ ਕਰ ਜਾਣਾ ਹੈ। 1 ਲੱਖ ਰੁਪਈਆ ਤੱਕ ਚੁੱਕ ਕੇ ਫੜਾ ਦੇਵੇਗਾ, ਪਰ ਹੋ ਸਕਦਾ ਹੈ 1 ਰੁਪਇਆ ਕਿਸੇ ਦਾ ਡਿੱਗਿਆ ਹੋਵੇ ਤੇ ਇਹ ਸੋਚੇ ਕਿ ਇਹਦੀ ਪੇਠੇ ਕਿਹੜਾ ਇਹਨੇ ਵੇਖਿਆ ਤੇ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਵੇ। 1 ਰੁਪਈਏ ਦੀ ਬੇਈਮਾਨੀ ਵੀ ਬੰਦਾ ਕਰ ਸਕਦਾ। ਗੱਲ ਮੰਨਦੀ ਏ, ਗੱਲ ਵੱਡੀਆਂ ਖੁਰਜੀਆਂ ਦੀ ਨਹੀਂ, ਗੱਲ ਛੋਟੀ ਜੀ ਗੁਥਲੀ ਦੀ ਵੀ ਨਹੀਂ। ਗੱਲ ਤਾਂ ਬੇਈਮਾਨੀ ਦੀ ਹੈ ਕਿ ਮਨ ਅਜੇ ਤਿਆਰ ਨਹੀਂ ਸੀ ਹੋਇਆ। ਜਦੋਂ ਮਨ ਤਿਆਰ ਨਹੀਂ ਨਾ ਹੁੰਦਾ ਉਦੋਂ ਨਹੀਂ ਕਿਹਾ ਜਾ ਸਕਦਾ ਕਿ ਇਹ ਸਿੱਖ ਹੈ ਜਾਂ ਨੌਨ ਸਿੱਖ ਹੈ। ਨਾਲੇ ਅੱਜ ਦੇ ਸੰਦਰਭ ਵਿੱਚ ਵੀ ਵੇਖ ਲਓ, ਤੁਹਾਨੂੰ ਕਿੰਨੇ ਬੇਈਮਾਨ ਸਿੱਖਾਂ ਦੇ ਵਿੱਚੋਂ ਅੱਜ ਵੀ ਮਿਲ ਜਾਣਗੇ ਜਿਹੜੇ ਜੱਦੀ ਪੁਸ਼ਤੀ ਸਿੱਖ ਨੇ। ਕਿ ਉਦੋਂ ਗੁਰੂ ਕਾਲ ਦੇ ਵਿੱਚ ਐਵੇਂ ਨਹੀਂ ਸੀ ਹੋ ਸਕਦਾ? ਕਿ ਆਪਾਂ ਇਹ ਇਤਿਹਾਸ ਵਿੱਚ ਨਹੀਂ ਪੜ੍ਹਦੇ ਕਿ ਇੱਕ ਵਿਅਕਤੀ, ਦੁਨੀ ਚੰਦ ਨਾਮ ਦਾ ਵਿਅਕਤੀ, ਮਹਾਰਾਜ ਨੇ ਕਿਹਾ ਹਾਥੀ ਦਾ ਮੁਕਾਬਲਾ ਇਹ ਕਰੇਗਾ ਤੇ ਉਹ ਰਾਤ ਹੀ ਖਿਸਕਣ ਦਾ ਯਤਨ ਕਰਦਾ ਹੈ। ਕੰਧ ਟੱਪਿਆ, ਲੱਤ ਤੜਾ ਬੈਠਾ, ਆਪਣੇ ਘਰ ਆਇਆ ਤੇ ਪਿੱਛੇ ਹਨੇਰੇ ਕਮਰੇ ਵਿੱਚ ਜਾ ਕੇ ਲੁਕ ਗਿਆ, ਸੱਪ ਲੜਿਆ ਤੇ ਮੌਤ ਹੋ ਗਈ। ਉਹ ਵੀ ਤੇ ਅਨੰਦਪੁਰ ਸਾਹਿਬ ਹੀ ਰਹਿੰਦਾ ਸੀ। ਭੱਜਿਆ ਕੀਤੀ ਤੇ ਉਹਨੇ ਵੀ ਗਦਾਰੀ। ਇਹਦਾ ਅਰਥ ਕਿ ਸਿੱਖ ਵੀ ਕਮਜ਼ੋਰੀ ਦਿਖਾ ਸਕਦਾ ਹੈ। ਫਿਰ ਦੂਜੀ ਗੱਲ, ਆਪਾਂ ਨਹੀਂ ਕਹਿੰਦੇ ਕਿ ਅਨੰਦਪੁਰ ਸਾਹਿਬ ਤੋਂ ਕੁਝ ਸਿੱਖਾਂ ਨੇ ਬਦਾਵਾ ਦੇ ਦਿੱਤਾ, ਹਾਲਾਂਕਿ ਪ੍ਰਚਾਰਕ ਨੂੰ ਹੋਰ ਢੰਗ ਨਾਲ ਪੇਸ਼ ਕਰਦੇ ਨੂੰ ਕਹਿੰਦੇ ਅਨੰਦਪੁਰ ਸਾਹਿਬ ਨਹੀਂ। ਚਲੋ ਜਿੱਥੇ ਵੀ ਹੋਵੇ, ਜੇ ਬਦਾਵਾ ਲਿਖਤੀ ਰੂਪ ਵਿੱਚ ਨਹੀਂ ਵੀ ਦਿੱਤਾ ਤੇ ਕੁਝ ਨੇ ਕਮਜ਼ੋਰੀ ਤਾਂ ਦਿਖਾਈ। ਜਿਨ੍ਹਾਂ ਕਮਜ਼ੋਰੀ ਦਿਖਾਈ ਉਹ ਕੌਣ ਸਨ? ਸਿੱਖ ਹੀ ਸਨ। ਆਪਾਂ ਦੂਜਿਆਂ ਬਾਰੇ ਜਦੋਂ ਕਹਿੰਦੇ ਹਾਂ, ਈਸਾਈਆਂ ਦੇ ਮਹਾਨ ਰਹਿਬਰ ਪੈਗੰਬਰ ਆ ਇਸ ਮਹੀਨੇ ਵਿੱਚ ਆਪਾਂ ਦੁਖਦਾਈ ਮਾਹੌਲ ਵਿੱਚ ਜਿਉਂਦੇ ਹਾਂ। ਉਹ ਖੁਸ਼ੀ ਮਨਾਉਂਦੇ ਨੇ, ਕ੍ਰਿਸਮਸ, ਉਹ ਜੀਸਸ ਦਾ ਜਨਮ ਦਿਨ ਮਨਾਉਂਦੇ ਨੇ। ਪਰ ਕੌਣ ਨਹੀਂ ਜਾਣਦਾ ਕਿ ਜਿਹੜੇ ਉਹਦੇ 13 ਸਾਥੀ ਸਨ, ਉਹਨਾਂ ਵਿੱਚੋਂ ਇੱਕ ਨੇ ਉਹਨਾਂ ਨੂੰ ਅਰੈਸਟ ਕਰਵਾਇਆ ਸੀ। ਹਾਲਾਂਕਿ ਬੜਾ ਵਿਸ਼ਵਾਸ ਹੋਏਗਾ ਨਾ 13 ਦੇ ਉੱਪਰ। 13ਵਾਂ ਅੰਕੜਾ ਤਾਂ ਹੀ ਉਹ ਬੜਾ ਮੰਨਦੇ ਨੇ। ਕੋਈ ਵੀ ਗਦਾਰੀ ਕਰ ਸਕਦਾ ਹੈ। ਗੱਲ ਮੰਨਦੀ ਹੈ, ਮਨ ਕਦੋਂ ਡੋਲ ਜਾਏ। ਖਿਆਲ ਕਰਿਓ, ਵਿਸ਼ਵਾਸ ਪਾਤਰ ਸੀ ਗੰਗੂ, ਜਿਹਦੇ ਘਰ ਦੇ ਵਿੱਚ ਮਾਤਾ ਜੀ ਆਪਣੇ ਬੱਚਿਆਂ ਨੂੰ ਲੈ ਜਾ ਕੇ ਰੁਕੇ ਸਨ। ਪਰ ਥੋੜੇ ਜਿਹੇ ਪੈਸਿਆਂ ਵਾਸਤੇ ਗੰਗੂ ਨੇ ਆਪਣਾ ਮਨ ਹਾਰ ਦਿੱਤਾ। ਬਾਬਾ ਫਰੀਦ ਸਾਹਿਬ ਦਾ ਜਿਹੜਾ ਮੈਂ ਸ਼ਲੋਕ ਤੁਹਾਡੇ ਸਾਹਮਣੇ ਕਿਹਾ ਸੀ ਨਾ, ਬਾਬਾ ਫਰੀਦ ਕਹਿੰਦੇ ਨੇ ਬਾਜੇ ਵਾਂਗੂ ਬੰਦਾ ਵੱਜਦਾ ਹੈ। ਬਸ ਬਾਜਾ ਬਣ ਗਿਆ ਗੰਗੂ, ਵੱਜੀ ਵਿੱਚ ਮਾਇਆ ਦੀ ਫੂਕ ਤੇ ਵੱਜਣ ਲੱਗ ਪਿਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਖਿਆਲ ਕਰਿਓ, ਜਦੋਂ ਅਰੈਸਟ ਕਰਾਇਆ ਮੁਰੰਡੇ ਦੇ ਚੌਧਰੀਆਂ ਦੇ ਕੋਲੋਂ, ਜਾਨੀ ਖਾਨ ਤੇ ਮਾਨੀ ਖਾਨ ਅਰੈਸਟ ਕਰਕੇ ਲੈ ਗਏ।
ਉਹਨਾਂ ਨੂੰ ਕਿਤੋਂ ਨਾ ਕਿਤੋਂ ਕਨਸੋ ਮਿਲ ਗਈ ਕਿ ਮਾਤਾ ਜੀ ਦੇ ਕੋਲ ਕੋਈ ਧਨ ਸੀ ਤੇ ਇਹਦੇ ਕੋਲ। ਮੈਂ ਇਤਿਹਾਸ ਜਦੋਂ ਪੜ੍ਹਿਆ ਤੇ ਪਤਾ ਲੱਗਿਆ ਕਿ ਉਹ ਜਿਹੜੇ ਪੈਸੇ ਸਨ ਉਹਨੇ ਜਿੱਥੇ ਦੱਬੇ ਸਨ, ਤੁਹਾਨੂੰ ਪਤਾ ਹੈ ਕਿ ਉਸ ਇਲਾਕੇ ਵਿੱਚ ਬਹੁਤ ਸਾਰੇ ਚੋਰ ਨੇ, ਨੀਮ ਪਹਾੜੀ ਇਲਾਕਾ, ਪਾਣੀ ਆ ਜਾਂਦਾ, ਜਿੱਥੇ ਉਹਨੇ ਦੱਬੇ ਸਨ ਇੱਕਦਮ ਬਾਹਰ, ਉਹ ਵੈਸੇ ਵੀ ਉਹਨਾਂ ਦਿਨਾਂ ਵਿੱਚ ਬਾਰਿਸ਼ ਹੋ ਰਹੀ ਸੀ, ਸਰਸਾ ਐਵੇਂ ਥੋੜੀ ਭਰ ਗਿਆ ਸੀ, ਬਰਸਾਤੀ ਨਾਲਾ ਹੀ ਸੀ। ਤੇ ਇਸ ਇਲਾਕੇ ਵਿੱਚ ਜਿਹੜੇ ਚੋਰ ਨੇ, ਬਰਸਾਤੀ ਨਾਲੇ ਨੇ, ਜਦੋਂ ਪਹਾੜਾਂ ਤੇ ਮੀਂਹ ਪੈਂਦਾ ਇੰਨੀ ਤੇਜ਼ੀ ਨਾਲ ਪਾਣੀ ਚੱਲਦਾ ਕਿ ਉਹਦੇ ਵਿੱਚੋਂ ਲੰਘਿਆ ਨਹੀਂ ਜਾ ਸਕਦਾ। ਪਰ ਜਦੋਂ ਮੀਂਹ ਪੈਣਾ ਬੰਦ ਹੋ ਜਾਏ, ਪਾਣੀ ਆਉਣਾ ਬੰਦ ਹੋ ਜਾਏ, ਫਿਰ ਲੋਕ ਉਹਦੇ ਵਿੱਚੋਂ ਦੀ ਆਮ ਹੀ ਰਸਤੇ ਹੀ ਇਵੇਂ ਬਣੇ ਨੇ, ਵਿੱਚੋਂ ਦੀ ਲੋਕ ਲੰਘਦੇ ਨੇ। ਉਹ ਕਹਿੰਦੇ ਨੇ ਜਿੱਥੇ ਉਹਨੇ ਧਨ ਦੱਬਿਆ ਸੀ, ਬਾਰਿਸ਼ ਆਈ ਤੇ ਪਾਣੀ ਉਸ ਧਨ ਨੂੰ ਰੋੜ ਕੇ ਲੈ ਗਿਆ, ਪਰ ਜਾਨੀ ਖਾਨ ਤੇ ਮਾਨੀ ਖਾਨ ਨੇ ਨਾਲ ਉਹਨੂੰ ਵੀ ਬੰਨ ਲਿਆ। ਔਰ ਦੱਸਿਆ ਤੇ ਇਹ ਜਾਂਦਾ ਹੈ ਕਿ ਇੰਨੀ ਕੁੱਟਮਾਰ ਹੋਈ ਉਹਦੀ, ਕਿਉਂਕਿ ਉਹ ਪੁੱਛ ਰਹੇ ਸਨ ਕਿੱਥੇ ਹੈ ਸੋਨੇ ਦੀਆਂ ਮੋਹਰਾਂ, ਕਿੱਥੇ ਰੱਖੀਆਂ ਨੇ ਤੂੰ? ਇਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀਆਂ ਨੇ, ਇਹ ਬਾਗੀ ਨੇ ਸਰਕਾਰ ਦੇ, ਬਾਗੀਆਂ ਦਾ ਧਨ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ। ਔਰ ਇਤਿਹਾਸ ਕਹਿੰਦਾ ਹੈ ਇੰਨੀ ਕੁੱਟ ਉਹਨੂੰ ਪਈ। ਆ ਹੁਣੇ ਭਾਈ ਸਾਹਿਬ ਗੱਲ ਨਹੀਂ ਸਨ ਕਰ ਰਹੇ ਕਿ ਜਦੋਂ ਆ ਤੀਜਾ ਘੱਲੂਘਾਰਾ ਵਾਪਰਿਆ, ਜਿਵੇਂ ਸਿੱਖਾਂ ਦਾ ਨੁਕਸਾਨ ਹੋਇਆ, ਆਪਾਂ ਤੇ ਗੱਲ ਕਰਦੇ ਹਾਂ ਸ਼ਾਸਲ ਬੇਗ ਦੀ, ਬਾਸ਼ਰ ਬੇਗ ਦੀ, ਅਸੀਂ ਗੱਲ ਕਰਦੇ ਹਾਂ ਜਲਾਲੂਦੀਨ ਸਮਾਣੇ ਵਾਲੇ ਦੀ, ਕਿਵੇਂ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਤਲਵਾਰ ਦਾ ਵਾਰ ਕੀਤਾ। ਅਸੀਂ ਗੱਲਾਂ ਕਰਦੇ ਹਾਂ ਗੁਰਦੱਤੇ ਭੜਕੂੰਜੇ ਦੀਆਂ, ਜਿਹਨੇ ਭਰ ਭਰ ਕੇ ਗਰਮ ਰੇਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਵਿੱਚ ਪਾਏ। ਪਰ ਖਿਆਲ ਕਰਿਓ, ਜਦੋਂ ਅਸੀਂ ਆ ਤੀਜੇ ਘੱਲੂਘਾਰੇ ਦੀ ਗੱਲ ਕਰੀਏ, KPS ਗਿੱਲ ਸਿਰ ਤੇ ਪੱਗ ਬੰਨਦਾ ਸੀ, ਦਾੜਾ ਵੀ ਉਹਦਾ ਪੂਰਾ ਹੀ ਸੀ, ਬੰਨ ਕੇ ਰੱਖਦਾ ਸੀ। ਅਜੀਤ ਸਿੰਘ ਸੰਧੂ ਨਾਮ ਦਾ ਜਿਹੜਾ ਪੁਲਿਸ ਆਫੀਸਰ ਸੀ, ਸਰਦਾਰ ਹੀ ਸੀ। ਬਹੁਤ ਸਾਰੇ ਵੱਡੇ ਵੱਡੇ ਪੁਲਿਸ ਆਫੀਸਰ ਜਿਨ੍ਹਾਂ ਨੇ ਇੰਨਾ ਜ਼ਿਆਦਾ ਟਾਰਚਰ ਕੀਤਾ ਸਿੱਖਾਂ ਦੇ ਉੱਪਰ। ਮੈਂ ਕੱਲ ਹੀ ਕਿਸੇ ਵੀਰ ਦੀ ਪੁਲਿਸ ਆਫੀਸਰ ਦੀ ਇੰਟਰਵਿਊ ਸੁਣ ਰਿਹਾ ਸਾਂ। ਇੱਕ ਸਿੱਖਾਂ ਦਾ ਸਿੰਘ ਸਾਹਿਬ ਕੌਂਕੇ, ਜਦੋਂ ਉਹਨੂੰ ਟਾਰਚਰ ਕੀਤਾ ਗਿਆ, ਉਹ ਕਹਿੰਦਾ ਮੈਂ ਅੱਖੀਂ ਵੇਖਿਆ ਉਹਨਾਂ ਦੀ ਇੱਕ ਅੱਖ ਬਾਹਰ ਨਿਕਲ ਗਈ। ਤੇ ਉਹਨੇ ਜਿਹੜਾ ਹੋਸਟ ਸੀ ਉਹ ਪੁੱਛਣ ਲੱਗਿਆ ਕਿਵੇਂ ਕਿਸੇ ਚੀਜ਼ ਦੇ ਨਾਲ ਬਾਹਰ ਕੱਢੇ? ਕਹਿੰਦਾ ਨਹੀਂ ਹੋ ਸਕਦਾ, ਠੁੱਡ ਮਾਰਿਆ ਹੋਵੇ, ਬੱਟ ਮਾਰਿਆ ਹੋਵੇ ਬੰਦੂਕ ਦਾ, ਉਹਦੇ ਨਾਲ ਇੱਕ ਅੱਖ ਬਾਹਰ ਨਿਕਲ ਗਈ। ਕਹਿੰਦੇ ਉਹ ਇੱਕ ਪ੍ਰਕਾਰ ਦੇ ਪਹਿਲਾਂ ਹੀ ਉਹ ਚਲਾਣਾ ਕਰ ਚੁੱਕੇ ਸਨ, ਬਸ ਸਮਝੋ ਲੋਥ ਨੂੰ ਗੋਲੀਆਂ ਮਾਰ ਕੇ ਉਹਨਾਂ ਨੇ ਖਤਮ ਕੀਤਾ ਤੇ ਫਿਰ ਦਰਿਆ ਵਿੱਚ ਰੋੜ ਦਿੱਤਾ। ਕੌਣ ਸਨ ਉਹ ਸਾਰੇ ਜ਼ੁਲਮ ਕਰਨ ਵਾਲੇ? ਸਰਦਾਰ ਸਨ। ਤੇ ਅੱਜ ਵੀ ਜੇ ਉਹਨਾਂ ਵਿੱਚੋਂ ਜਿਉਂਦੇ ਨੇ ਨਾ, ਕਈ ਜਣੇ ਪਾਠ ਕਰਦੇ ਹੋਣਗੇ ਨਿਤ, ਉਹ ਸਿੱਖ ਹੀ ਸਮਝਦੇ ਸਨ, ਪਰ ਉਹਨਾਂ ਨੂੰ ਸਮਝ ਨਹੀਂ ਆਈ ਸਰਕਾਰ ਦੀ ਚਾਲ ਦੀ ਕਿ ਸਰਕਾਰ ਕੀ ਕਰ ਰਹੀ ਹੈ ਤੇ ਸਾਡੇ ਕੋਲੋਂ ਕੀ ਕਰਵਾ ਰਹੀ ਹੈ। ਕਈ ਵਾਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜੋ ਕਰ ਰਿਹਾ ਹੈ ਉਹ ਬਹੁਤ ਗਲਤ ਕਰ ਰਿਹਾ। ਮਾਇਆ ਵਾਸਤੇ ਉਹਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਅਰੈਸਟ ਕਰਵਾ ਦਿੱਤਾ। ਮਾਇਆ ਸਾਥ ਨਹੀਂ ਰਹੀ। ਮਾਇਆ ਨੂੰ ਪਾਣੀ ਕਹਿੰਦੇ ਨੇ ਵਹਾ ਕੇ ਲੈ ਗਿਆ, ਉੱਟ ਕੇ ਬਪਾਉਣ ਦਾ ਯਤਨ ਕੀਤਾ, ਇੰਨੀ ਕੁੱਟ ਪਈ। ਜਿਵੇਂ ਅਸੀਂ ਤੀਜੇ ਘੱਲੂਘਾਰੇ ਦੀ ਗੱਲ ਕਰੀਏ ਤੇ ਆਪਾਂ ਕਹਿੰਦੇ ਹਾਂ ਸਿੱਖਾਂ ਨੂੰ ਕੁੱਟਦੇ ਰਹੇ ਤੇ ਕਈ ਕੁੱਟ ਖਾਂਦੇ ਹੋਏ ਸਿੱਖ ਸ਼ਹੀਦ ਹੋ ਗਏ। ਇਵੇਂ ਹੀ ਇਹ ਜਿਹੜਾ ਗੰਗੂ ਸੀ ਜਿਹਨੇ ਆਪਣਾ ਈਮਾਨ ਗਵਾ ਲਿਆ ਸੀ, ਇਹ ਕੁੱਟ ਖਾ ਕੇ ਮਰ ਗਿਆ, ਕਿਉਂਕਿ ਹੈ ਹੀ ਕੁਝ ਨਹੀਂ ਸੀ ਕੋਲ ਤੇ ਦਿੰਦਾ ਕੀ। ਮਾਇਆ ਤੇ ਪਹਿਲਾਂ ਹੀ ਜਿਹੜੀ ਸੀ ਉਹ ਰੁੜ ਚੁੱਕੀ ਸੀ, ਪਰ ਨਾ ਦੀਨ ਰਿਹਾ ਤੇ ਨਾ ਦੁਨੀ ਰਹੀ। ਪਰ ਸਿੱਖ ਦਾ ਜੀਵਨ ਕਿਵੇਂ ਦਾ ਹੋਵੇ? ਮਹਾਰਾਜ ਕਹਿੰਦੇ ਨੇ ਮਾਇਆ ਦੇ ਉੱਪਰ ਸਿੱਖ ਦੀ ਇੰਨੀ ਪਕੜ ਹੋਵੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਮਾਇਆ ਦੀ ਕਾਰ ਨਾ ਕਰੇ, ਮਾਇਆ ਨੂੰ ਆਪਣੀ ਦਾਸੀ ਬਣਾ ਕੇ ਰੱਖੇ, ਮਾਇਆ ਤੋਂ ਕੰਮ ਸਵਾਰੇ। ਦੁਨੀਆ ਕਹਿੰਦੀ ਸੀ ਮਾਇਆ ਨਾਗਣ ਹੈ, ਮਹਾਰਾਜ ਨੇ ਬਾਣੀ ਵਿੱਚ ਕਿਆ ਕਹਿਣ ਲੱਗੇ? ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ, ਇਸकी सेवा जो करे तिस ही को फिर खाए, गुरमुख कोई गारड़ू तिन दल मल लाई पाए। ਕਹਿੰਦੇ ਜਿਹੜਾ ਗੁਰਮੁਖ ਹੁੰਦਾ ਹੈ ਨਾ, ਉਹ ਉਵੇਂ ਜਿਵੇਂ ਸਪੇਰਾ ਮਾਇਆ ਨਾਗਣੀ ਦਾ ਜ਼ਹਿਰ ਕੱਢ ਕੇ, ਸੱਪ ਦਾ ਜ਼ਹਿਰ ਕੱਢ ਕੇ ਉਹਨੂੰ ਪਟਾਰੇ ਵਿੱਚ ਪਾ ਕੇ ਰੱਖਦਾ ਹੈ। ਇਸੇ ਪ੍ਰਕਾਰ ਗੁਰਸਿੱਖ ਇਸ ਧਨ ਦੌਲਤ ਨੂੰ, ਮਾਇਆ ਨੂੰ, ਜਿਹਦੇ ਵਿੱਚ ਦੁਨੀਆ ਵੱਜਣ ਲੱਗ ਪੈਂਦੀ ਹੈ ਵਾਜਾ ਬਣ ਕੇ,
ਕਹਿੰਦੇ ਉਹਨੂੰ ਕਾਬੂ ਦੇ ਵਿੱਚ ਰੱਖਦਾ ਹੈ, ਆਪਣੀ ਫਿਤਰਤ ਨੂੰ ਕੰਟਰੋਲ ਦੇ ਵਿੱਚ ਕਰਕੇ ਰੱਖਦਾ ਹੈ। ਇਸੇ ਕਰਕੇ ਗੁਰਸਿੱਖ ਦੇ ਈਮਾਨ ਨੂੰ ਕੋਈ ਖਰੀਦ ਨਹੀਂ ਸਕਦਾ। ਸਿੱਖ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਕੇ ਰੱਖਣਾ ਹੈ, ਮਾਇਆ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦੇਣਾ, ਬਲਕਿ ਮਾਇਆ ਦੀ ਸਵਾਰੀ ਕਰਨੀ ਹੈ। ਮਹਾਰਾਜ ਦੇ ਇੱਥੋਂ ਤੱਕ ਕਿਹਾ, ਕਹਿਣ ਲੱਗੇ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿੰਨੀ ਸਾਚ ਪਛਾਣਿਆ ਤਨ ਸਰਪਣੀ ਖਾਈ। ਸਰਪਣੀ ਸੱਪ, ਇਹਨੂੰ ਸੱਪ ਕਿਉਂ ਕਹਿੰਦੇ ਹੋ? ਇਹਦੇ ਤੁਸੀਂ ਸਮਝ ਲਓ, ਜਿਨ੍ਹਾਂ ਨੇ ਸੱਪ, ਤੁਹਾਨੂੰ ਪਤਾ ਹੈ ਕਿੰਨੀਆਂ ਐਸੀਆਂ ਜ਼ਾਤਾਂ ਗੋਤਾਂ ਨੇ ਭਾਰਤ ਦੇ ਵਿੱਚ, ਪੂਰੀ ਦੁਨੀਆ ਵਿੱਚ, ਜਿਹੜੀਆਂ ਸੱਪ ਖਾ ਜਾਂਦੀਆਂ ਨੇ, ਜ਼ਹਿਰੀਲੇ ਸੱਪ ਖਾ ਜਾਂਦੀਆਂ ਨੇ। ਕਿਵੇਂ? ਮਹਾਰਾਜ ਕਹਿੰਦੇ ਕਾਰਨ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਸੱਪ ਵਿੱਚ ਜ਼ਹਿਰ ਕਿੱਥੇ ਹੈ। ਮੈਂ ਇੱਕ ਵਾਰ ਪੰਜਾਬ ਦੇ ਵਿੱਚ ਇੱਕ ਸੱਪ ਖਾਣੇ ਵਿਅਕਤੀ ਨੂੰ ਪੁੱਛਿਆ, ਤੁਸੀਂ ਕਿਵੇਂ ਖਾ ਜਾਂਦੇ ਹੋ? ਉਹ ਕਹਿਣ ਲੱਗੇ ਜੀ ਸੱਪ ਫੜੀਦਾ, ਇੱਕ ਗਿੱਠ ਮੂੰਹ ਵਾਲੇ ਪਾਸਿਓਂ ਮਿਣ ਕੇ ਕੱਟ ਦਈਦਾ, ਇੱਕ ਗਿੱਠ ਪੂਛ ਵਾਲੇ ਪਾਸਿਓਂ ਕੱਟ ਦਈਦਾ, ਵਿੱਚੋਂ ਤੇ ਕਹਿੰਦੇ ਸੱਪ ਮੱਛੀ ਵਰਗਾ ਹੁੰਦਾ ਹੈ। ਕਿ ਮੈਂ ਕਰੇ, ਮੈਂ ਉਦਾਹਰਨ ਦੇ ਰਿਹਾ ਹਾਂ, ਤੁਹਾਨੂੰ ਸੱਪ ਖਾਣ ਦੀ ਪ੍ਰੇਰਨਾ ਨਹੀਂ ਦੇ ਰਿਹਾ। ਭੁਲੇਖਾ ਲੱਗ ਸਕਦਾ ਨਾ ਕਈ ਵਾਰ। ਮਹਾਰਾਜ ਕਹਿੰਦੇ ਨੇ ਸਰਪਣੀ ਸਰਪਣੀ ਕਿਆ ਕਹੋ ਭਾਈ, ਕੀ ਕਹਿੰਦੇ ਹੋ? ਸੱਪਣੀ ਸੱਪਣੀ ਸੱਪਣੀ, ਜਿੰਨੀ ਸਾਚ ਪਛਾਣਿਆ ਤਿਨ ਸੱਪਣੀ ਖਾਈ। ਜਿਨ੍ਹਾਂ ਨੇ ਪਛਾਣ ਲਿਆ ਸੱਪਣੀ ਨੂੰ, ਉਹ ਤਾਂ ਸੱਪਣੀ ਨੂੰ ਖਾ ਗਏ। ਭਾਵ ਕਿ ਜਿਨ੍ਹਾਂ ਨੇ ਮਾਇਆ ਨੂੰ ਪਛਾਣ ਲਿਆ, ਮਾਇਆ ਕਿਵੇਂ ਨੁਕਸਾਨ ਕਰਦੀ ਹੈ, ਉਹ ਮਾਇਆ ਨੂੰ ਆਪਣੇ ਐਸਾ ਕਾਬੂ ਵਿੱਚ ਕਰਕੇ ਰੱਖਦੇ ਨੇ। ਮਾਇਆ ਦੇ ਰਾਹੀਂ ਉਹ ਆਪਣੇ ਵੀ ਕੰਮ ਸਵਾਰਦੇ ਨੇ, ਕੌਮ ਦੇ ਵੀ ਕੰਮ ਸਵਾਰਦੇ ਨੇ, ਸਮਾਜ ਦਾ ਵੀ ਭਲਾ ਕਰਦੇ ਨੇ। ਮਾਇਆ ਇਹ ਜਿਹੜੀ ਲੈ ਕੇ ਆ ਰਹੇ ਹੋ ਤੇ ਗੁਲਕ ਦੇ ਵਿੱਚ ਪਾ ਰਹੇ ਹੋ। ਗੁਲਕ ਵਿੱਚ ਮਾਇਆ ਪਏਗੀ ਤਾਂ ਹੀ ਤੇ ਗੁਰਦੁਆਰੇ ਦੇ ਕੰਮ ਆਏਗੀ, ਤਾਂ ਹੀ ਤੇ ਸਮਾਜ ਦੀ ਭਲਾਈ ਵਾਸਤੇ ਪ੍ਰਬੰਧ ਕੋਈ ਕੰਮ ਕਰ ਸਕੇਗਾ। ਮਾਇਆ ਜ਼ਰੂਰੀ ਵੀ ਹੈ, ਪਰ ਜਦੋਂ ਕੋਈ ਮਾਇਆ ਦੇ ਚੁੰਗਲ ਵਿੱਚ ਫਸ ਜਾਂਦਾ ਹੈ, ਜਦੋਂ ਮਾਇਆ ਦੇ ਸਾਹਮਣੇ ਮਨ ਹਾਰ ਜਾਂਦਾ ਹੈ, ਫਿਰ ਉਹ ਗੰਗੂ ਬਣ ਜਾਂਦਾ ਹੈ। ਜਦੋਂ ਕੋਈ ਮਾਇਆ ਦੇ ਸਾਹਮਣੇ ਮਨ ਹਾਰ ਜਾਂਦਾ ਹੈ, ਭਾਵੇਂ ਉਹ ਬਹੁਤ ਵੱਡਾ ਵਿਅਕਤੀ ਕਿਉਂ ਨਾ ਹੋਵੇ। ਤੁਹਾਨੂੰ ਪਤਾ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਰਿਸ਼ਤਾ ਕਰਨ ਵਾਸਤੇ ਜਦੋਂ ਪਹੁੰਚ ਹੋਈ ਸੀ, ਮੌਕੇ ਦੇ ਉਸ ਦੀਵਾਨ ਦੀ ਧੀ ਦੇ ਨਾਲ ਕਹਿੰਦੇ ਨੇ ਰਿਸ਼ਤੇ ਦੀ ਗੱਲ ਚੱਲੀ ਸੀ, ਚੰਦੂ। ਤੇ ਚੰਦੂ ਨੇ ਰਿਸ਼ਤਾ ਕਰਨ ਗਏ ਹੋਏ ਵਿਅਕਤੀ ਨੂੰ ਇਹ ਕਿਹਾ ਸੀ, ਮਹਿਲ ਦੀ ਇੱਟ ਨਾਲੀ ਨੂੰ ਲਾਉਣ ਲੱਗਿਆ। ਆਪਣੀ ਮਾਇਆ ਨੂੰ, ਆਪਣੀ ਵਡਿਆਈ ਨੂੰ ਉਹਨੇ ਮਹਿਲ ਕਿਹਾ ਸੀ, ਤੇ ਧਰਮ ਨੂੰ ਉਹਨੇ ਨਾਲੀ ਕਹਿ ਕੇ ਤਸਕਾਰਿਆ ਸੀ। ਜਦੋਂ ਕੋਈ ਵਿਅਕਤੀ ਮਾਇਆ ਦੀ ਪਕੜ ਵਿੱਚ ਹੁੰਦਾ ਹੈ ਤੇ ਉਹ ਅੰਨਾ ਹੋ ਜਾਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਮਾਇਆ ਹੁੰਦੀ ਹੈ ਨਾ, ਉਹ ਅੱਖਾਂ ਤੇ ਅਸਰ ਕਰਦੀ ਹੈ, ਬੰਦਾ ਅੰਨਾ ਹੋ ਜਾਂਦਾ ਹੈ, ਬੰਦੇ ਨੂੰ ਬੋਲਣਾ ਚਾਲਣਾ ਭੁੱਲ ਜਾਂਦਾ ਹੈ, ਕੀ ਮੈਨੂੰ ਕਹਿਣਾ ਚਾਹੀਦਾ ਹੈ ਤੇ ਕੀ ਨਹੀਂ ਕਹਿਣਾ ਚਾਹੀਦਾ, ਅੰਨ੍ਹਿਆ ਕਰ ਦਿੰਦੀ ਹੈ ਮਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਉਹ ਵਿਅਕਤੀ ਸਿੱਖ ਨਹੀਂ ਪਾਇਆ ਉਸ ਟੈਕਨੀਕ ਨੂੰ, ਜਿਹਦੇ ਨਾਲ ਮਾਇਆ ਨੂੰ ਕਾਬੂ ਵਿੱਚ ਰੱਖੀਦਾ, ਜਿਹਦੇ ਰਾਹੀਂ ਆਪਣੇ ਆਪ ਨੂੰ ਇੰਨਾ ਕਾਬੂ ਦੇ ਵਿੱਚ ਰੱਖੀਦਾ ਕਿ ਆਪਣੇ ਸਿਧਾਂਤਾਂ, ਸੋਚ ਤੇ ਵਿਚਾਰਧਾਰਾ ਦੇ ਬਦਲੇ ਦੁੱਖ ਤਾਂ ਸਹਿ ਲਈਦੇ ਨੇ, ਪਰ ਕਦੇ ਈਮਾਨ ਨਹੀਂ ਹਾਰੀਦਾ ਰਿਹਾ। ਉਹ ਗੁਰੂ ਘਰ ਵਿੱਚ ਪਤਾ ਨਹੀਂ ਉਹਨੇ ਪਾਠ ਵੀ ਕਿੰਨੀ ਵਾਰ ਕੀਤਾ ਹੋਏਗਾ, ਐਵੇਂ ਬਹਿ ਕੇ ਗੁਰੂ ਕੇ ਦਰਬਾਰ ਵਿੱਚ ਕਿੰਨੀ ਵਾਰ ਉਹਨੇ ਕਥਾ ਸੁਣੀ ਹੋਏਗੀ। ਸੇਵਾ ਬਾਰੇ ਤੇ ਆਪਾਂ ਜਾਣਦੇ ਹੀ ਹਾਂ, ਰਸੋਈਆ ਨੂੰ ਕਿਹਾ ਜਾਂਦਾ ਹੈ ਲੰਗਰ ਦੇ ਵਿੱਚ ਉਹ ਹਮੇਸ਼ਾ ਹੀ ਸੇਵਾ ਕਰਦਾ ਰਿਹਾ ਹੋਏਗਾ, ਪਰ ਨਿਰਾ ਧਰਮ ਅਸਥਾਨ ਤੇ ਆਉਣ ਨਾਲ ਹੀ ਕੁਝ ਨਹੀਂ ਹੁੰਦਾ। ਨਿਰਾ ਧਰਮ ਸਥਾਨ ਦੇ ਵਿੱਚ ਆ ਕੇ ਸੇਵਾ ਕਰਨ ਦੇ ਨਾਲ ਵੀ ਕੁਝ ਨਹੀਂ ਹੁੰਦਾ, ਜਦੋਂ ਤੱਕ ਬੰਦਾ ਸਿੱਖਦਾ ਤੇ ਸਮਝਦਾ ਨਹੀਂ ਹੈ। ਕਿਵੇਂ ਕਰਨਾ? ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰ ਮੰਗੇ ਸਨ, ਕਹਿੰਦੇ ਨੇ ਦਰਬਾਰ ਹਾਰ ਖਾਲੀ ਹੋ ਗਿਆ ਸੀ, ਬਹੁਤ ਸਾਰੇ ਲੋਕ ਉੱਠ ਕੇ ਚਲੇ ਗਏ। ਕਈਆਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਸ਼ਿਕਾਇਤ ਕੀਤੀ, ਕਹਿਣ ਲੱਗੇ ਜੀ ਗੁਰੂ ਸਾਹਿਬ ਨੂੰ ਕੀ ਹੋ ਗਿਆ, ਇਹ ਤਾਂ ਸਿੱਖਾਂ ਨੂੰ ਵੱਢੀ ਜਾ ਰਹੇ ਨੇ, ਸਮਝਾਓ ਜਾ ਕੇ ਉਹਨਾਂ ਨੂੰ। ਠੀਕ ਹੈ, ਉਹਨਾਂ ਵਿੱਚ ਬਹੁਤੇ ਉਹ ਹੋਣਗੇ ਜਿਹੜੇ ਕੇਵਲ ਲੰਗਰ ਖਾਣ ਵਾਸਤੇ ਆਏ ਸਨ, ਜਿਨ੍ਹਾਂ ਨੇ ਸੁਣਿਆ ਹੋਏਗਾ ਪ੍ਰਸ਼ਾਦ ਦੀ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ, ਖਾਈਏ ਤੇ ਬੜਾ ਟੇਸਟ ਹੁੰਦਾ ਹੈ। ਹੋ ਸਕਦਾ ਹੈ ਰੋਟੀ ਪਾਣੀ ਦੇ ਖਿੱਚੇ, ਪ੍ਰਸ਼ਾਦ ਦੇ ਖਿੱਚੇ ਆਏ ਹੋਣ। ਕੁਝ ਉੱਥੇ ਕੇਵਲ ਜਿਹੜਾ ਇਕੱਠ ਹੁੰਦਾ ਹੈ, ਕਿਉਂਕਿ ਬੰਦਾ ਚਾਹੁੰਦਾ ਹੈ ਕਿ ਜਿੱਥੇ ਉਹ ਜਾਵੇ, ਜੇ ਉੱਥੇ ਥੋੜਾ ਭੀੜ ਭੜੱਕਾ ਹੋਵੇ, ਮੇਲਾ ਗੇਲਾ ਵੇਖਣ ਵਾਲੇ ਵੀ ਬਹੁਤ ਹੋਣਗੇ, ਪਰ ਕੁਝ ਕੱਚੇ ਵੀ ਤੇ ਹੋਣਗੇ ਨਾ, ਜਿਹੜੇ ਅਜੇ ਮਨ ਕਰਕੇ ਪੱਕੇ ਨਹੀਂ ਸਨ ਹੋਏ, ਉਹ ਵੀ ਤਾਂ ਉੱਠ ਕੇ ਗਏ। ਇੱਥੋਂ ਤੱਕ ਕਿਹਾ ਜਾਂਦਾ ਕੁਝ ਮਸੰਦਾਂ ਨੇ ਜਾ ਕੇ ਸ਼ਿਕਾਇਤ ਕੀਤੀ। ਮਸੰਦ ਐਵੇਂ ਥੋੜੀ ਬਣਿਆ ਜਾਂਦਾ ਸੀ, ਮਸੰਦ ਬਣਨ ਵਾਸਤੇ ਤਾਂ ਬਹੁਤ ਕੁਝ ਕਰਨਾ ਪੈਂਦਾ ਸੀ।
ਜੇ ਮਸੰਦ ਮਨ ਹਾਰ ਸਕਦਾ ਹੈ ਤੇ ਆਮ ਵਿਅਕਤੀ ਦੀ ਤੁਸੀਂ ਗੱਲ ਕੀ ਕਰਦੇ ਹੋ? ਕੇਵਲ ਧਾਰਮਿਕ ਲਿਬਾਸ ਪਾਉਣ ਦੇ ਨਾਲ ਬਾਬਾ ਅਜੀਤ ਸਿੰਘ ਨਹੀਂ ਬਣਿਆ ਜਾ ਸਕਦਾ, ਬਾਬਾ ਜੁਝਾਰ ਸਿੰਘ ਨਹੀਂ ਬਣਿਆ ਜਾ ਸਕਦਾ, ਬਾਬਾ ਜੋਰਾਵਰ ਸਿੰਘ ਨਹੀਂ ਬਣਿਆ ਜਾ ਸਕਦਾ, ਬਾਬਾ ਫਤਿਹ ਸਿੰਘ ਨਹੀਂ ਬਣਿਆ ਜਾ ਸਕਦਾ। ਇਸੇ ਕਰਕੇ ਬੀਬੀਆਂ ਦਾੜੀਆਂ ਵਾਲੇ ਵਿਅਕਤੀਆਂ ਬਾਰੇ ਵੀ ਤੁਸੀਂ ਬਹੁਤ ਕੁਝ ਕਈ ਵਾਰ ਸੁਣਦੇ ਹੋ ਤੇ ਫਿਰ ਆਪਾਂ ਕਹਿ ਦਿੰਦੇ ਹਾਂ ਲੈ ਸਿੱਖ ਉਹ ਕੰਮ ਕਰ ਰਿਹਾ ਹੈ। ਅਸਲ ਵਿੱਚ ਉਹਦੀ ਸਿੱਖੀ ਅਜੇ ਪਰਪੱਕ ਹੋਈ ਹੀ ਨਹੀਂ ਸੀ, ਅਜੇ ਤਾਂ ਕੱਚਾ ਸੀ। ਜੇ ਪੱਕਾ ਹੋ ਜਾਂਦਾ ਤੇ ਪੱਕੇ ਹੋਣ ਦੀ ਕੋਈ ਉਮਰ ਨਹੀਂ ਜੇ। ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਹਾਂ ਉਹ ਤਾਂ ਭਾਈ ਕੇਵਲ 7 ਸਾਲ ਤੇ 9 ਸਾਲ ਦੇ ਸਨ। ਤੇ ਬਜ਼ੁਰਗੀ ਦੀ ਗੱਲ ਕਰੀਏ ਤੇ ਭਾਈ ਮਨੀ ਸਿੰਘ ਲਗਭਗ ਕਹਿੰਦੇ ਨੇ 94-95 ਸਾਲ ਦੇ ਸਨ। ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹੋ ਤੇ ਉਹਨਾਂ ਦੀ ਵੀ ਕਹਿੰਦੇ ਨੇ 80-85 ਸਾਲ ਦੀ ਉਮਰ ਸੀ। ਕੋਈ ਪਤਾ ਨਹੀਂ ਬੰਦਾ ਕਦੋਂ ਵੀ ਪੱਕਾ ਹੋ ਸਕਦਾ ਹੈ। ਬਚਪਨ ਦੇ ਵਿੱਚ ਵੀ ਗੁਰੂ ਦੇ ਸ਼ਬਦ ਨੂੰ ਕਮਾ ਕੇ ਕੋਈ ਪੱਕਾ ਹੋ ਸਕਦਾ ਹੈ, ਜਵਾਨੀ ਦੇ ਵਿੱਚ ਵੀ ਪੱਕਾ ਹੋ ਸਕਦਾ ਹੈ, ਬਜ਼ੁਰਗੀ ਦੇ ਵਿੱਚ ਵੀ ਪੱਕਾ ਹੋ ਸਕਦਾ ਹੈ। ਪਰ ਜਦੋਂ ਕੱਚਾ ਰਿਹਾ ਤੇ ਫਿਰ ਕੋਈ ਨਹੀਂ ਕਹਿ ਸਕਦਾ ਕਿ ਬਜ਼ੁਰਗ ਪੱਕਾ ਹੋਏਗਾ। ਤੇ ਬੱਚੇ ਮਨ ਹਾਰ ਸਕਦੇ ਨੇ, ਨਹੀਂ ਭਾਈ ਬੱਚੇ ਵੀ ਇਵੇਂ ਦੇ ਹੋ ਸਕਦੇ ਨੇ। ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਦੋਂ ਖੜਿਆ ਗਿਆ ਪਹਿਲੀ ਵਾਰ ਤੇ ਡਰਾਵੇ ਦਿੱਤੇ ਗਏ ਨੇ ਤੇ ਸਾਹਿਬਜ਼ਾਦੇ ਨੇ ਕਿਹਾ ਸੀ ਡਰਾਵਿਆਂ ਦੇ ਨਾਲ ਨਹੀਂ ਤੁਸੀਂ ਸਾਨੂੰ ਡਰਾ ਸਕਦੇ। ਲਾਲਚ ਦਿੱਤੇ ਗਏ, ਉਹ ਕਹਿਣ ਲੱਗੇ ਪੈਸਿਆਂ ਦੇ ਨਾਲ ਤੁਸੀਂ ਸਾਡੀ ਸੋਚ ਨੂੰ ਨਹੀਂ ਖਰੀਦ ਸਕਦੇ। ਉਹ ਕਹਿਣ ਲੱਗੇ ਮਾਰ ਦਿਆਂਗੇ। ਅੱਗੋਂ ਕਿਸੇ ਕਵੀ ਨੇ ਕਿਹਾ, ਕਹਿਣ ਲੱਗੇ ਸਾਹਿਬਜ਼ਾਦੇ ਕਹਿੰਦੇ ਸੱਚ ਕੋ ਮਿਟਾਓਗੇ तो मिटोगे जहां से, सच को मिटाओगे तो मिटोगे जहान से। ਤੁਸੀਂ ਖੁਦ ਸੰਸਾਰ ਤੋਂ ਮਿਟ ਜਾਓਗੇ ਜੇ ਸੱਚ ਨੂੰ ਮਾਰਨ ਦਾ ਯਤਨ ਕਰੋਗੇ। ਡਰਤਾ ਨਹੀਂ ਅਕਾਲ ਸ਼ਹਿਨशाह ਕੀ ਸ਼ਾਨ ਸੇ, ਅਸੀਂ ਨਹੀਂ ਡਰਦੇ। ਸਾਡਾ ਅਕਾਲ ਪੁਰਖ ਤੇਰੀ ਆ ਤਾਕਤ ਤੋਂ, ਤੇਰੇ ਤਖਤ ਤੋਂ ਨਹੀਂ ਡਰਦਾ, ਅਸੀਂ ਨਹੀਂ ਡਰਦੇ। ਦੂਜੀ ਪੇਸ਼ੀ ਤੇ ਕਹਿੰਦੇ ਨੇ ਉਹਨਾਂ ਨੂੰ ਇੱਕ ਐਸਾ ਵੱਡਾ ਦਰਵਾਜ਼ਾ ਸੀ, ਛੋਟੇ ਦਰਵਾਜ਼ੇ ਦੇ ਵਿੱਚੋਂ ਗੁਜ਼ਾਰਨ ਦਾ ਯਤਨ ਕੀਤਾ ਗਿਆ ਕਿ ਜਦੋਂ ਝੁਕ ਕੇ ਆਉਣਗੇ ਤਾੜੀਆਂ ਮਾਰ ਦਿਆਂਗੇ। ਝੁਕ ਗਏ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਪਰ ਉਹ ਕਿਤੇ ਸਾਡੇ ਵਰਗੇ ਥੋੜੀ ਸਨ ਜਿਨ੍ਹਾਂ ਦੀ ਸੋਚ ਛੋਟੀ ਹੁੰਦੀ ਹੈ। ਉਹ ਤੇ ਬੜੇ ਮਹਾਨ ਸਨ, ਆਰਬਲਾ ਛੋਟੀ ਸੀ, ਸੋਚ ਏਡੀ ਮਹਾਨ ਸੀ। ਉਹਨਾਂ ਨੇ ਪਹਿਲਾਂ ਹੀ ਵੇਖ ਲਿਆ ਕਿ ਪਿਤਾ ਦੀ ਪੱਗ ਨੂੰ ਝੁਕਣ ਨਹੀਂ ਦੇਣਾ। ਇਸ ਵਾਸਤੇ ਉਹਨਾਂ ਨੇ ਕਹਿੰਦੇ ਨੇ ਜਦੋਂ ਪੈਰ ਪਾਇਆ ਨਾ ਅੱਗੇ ਸਾਹਿਬਜ਼ਾਦੇ, ਇੱਕ ਸਾਹਿਬਜ਼ਾਦੇ ਨੇ ਤੇ ਅਗਲਾ ਪੈਰ ਅੱਗੇ ਰੱਖ ਕੇ ਇਵੇਂ ਥੋੜਾ ਠਾਂ ਨੂੰ ਹੋ ਕੇ ਲੰਘ ਗਏ, ਧੌਣ ਇਵੇਂ ਨਹੀਂ ਕੀਤੀ। ਸਾਡੀ ਪਰੰਪਰਾ, ਸਾਡਾ ਇਤਿਹਾਸ ਇਵੇਂ ਕਹਿੰਦਾ, ਨਿਡਰ ਹੋ ਕੇ ਅੱਗੇ ਗਏ। ਬੜੇ ਸਵਾਲ ਕੀਤੇ ਉਹਨਾਂ ਨੂੰ। ਅੱਜ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਸਾਨੂੰ ਆਲੇ ਦੁਆਲੇ ਲੋਕ ਪੁੱਛਦੇ ਨੇ, ਪੱਗ ਬਾਰੇ ਪੁੱਛਦੇ ਨੇ, ਕੇਸਾਂ ਬਾਰੇ ਪੁੱਛਦੇ ਨੇ, ਸਿੱਖੀ ਬਾਰੇ ਪੁੱਛਦੇ ਨੇ, ਪਰ ਸਾਡੀ ਤਿਆਰੀ ਨਾ ਹੋਣ ਕਰਕੇ ਜਾਂ ਤਾਂ ਸਾਡੇ ਰਾਹੀਂ ਲੋਕ ਕਨਫਿਊਜ਼ ਹੋ ਜਾਂਦੇ ਨੇ ਜਾਂ ਫਿਰ ਅਸੀਂ ਚੁੱਪ ਵੱਟ ਕੇ ਪਾਸੇ ਨਿਕਲ ਜਾਂਦੇ ਹਾਂ। ਕਾਰਨ ਕਿ ਸਾਡੀ ਤਿਆਰੀ ਨਹੀਂ। ਪਰ ਉੱਥੇ ਛੋਟੇ ਸਾਹਿਬਜ਼ਾਦੇ ਕਹਿੰਦੇ ਨੇ ਪਹਿਲੀ ਪੇਸ਼ੀ ਤੇ ਹੀ ਜੋ ਕੁਝ ਉਹਨਾਂ ਨੇ ਕੀਤਾ, ਨੰਨੀਆਂ ਜਿੰਦਾਂ ਨੇ ਜਦੋਂ ਜਾ ਕੇ ਆਪਣੀ ਦਾਦੀ ਨੂੰ ਦੱਸਿਆ ਤੇ ਦਾਦੀ ਨੇ ਗਾਣਾ ਲਾ ਕੇ ਈਮਾਨ ਨੂੰ, ਸੋਚ ਨੂੰ ਹੋਰ ਪੱਕਿਆਂ ਕੀਤਾ। ਤੁਸੀਂ ਹੁਣ ਵਿਚਾਰੋ ਕਿ ਸਾਡਾ ਕੋਈ ਬੱਚਾ ਬਾਹਰੋਂ ਕੋਈ ਤਗੜਾ ਕੰਮ ਕਰਕੇ ਆਵੇ ਤੇ ਸਾਡੇ ਘਰਾਂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਅਸੀਂ ਉਹਨਾਂ ਦੀ ਸੋਚ ਨੂੰ ਹੋਰ ਮਜ਼ਬੂਤ ਕਰ ਸਕੀਏ। ਬਜ਼ੁਰਗਾਂ ਦੇ ਰਾਹੀਂ ਸਿੱਖੀ ਬੱਚਿਆਂ ਵਿੱਚ ਜਾਣੀ ਹੁੰਦੀ ਹੈ, ਬੱਚਿਆਂ ਦੇ ਰਾਹੀਂ ਅੱਗੇ ਉਹਨਾਂ ਦੇ ਬੱਚਿਆਂ ਵਿੱਚ ਜਾਣੀ ਹੁੰਦੀ ਹੈ। ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇ ਪਤ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਿੱਥੇ ਫਲ ਫਿੱਕੇ ਹੋਣਗੇ ਨੈਚੁਰਲੀ ਹੈ ਉਹਨਾਂ ਦੇ ਫੁੱਲ ਵੀ ਫਿੱਕੇ ਹੀ ਹੋਣਗੇ, ਤਾਂ ਫਲ ਫਿੱਕੇ ਨੇ। ਨੈਚੁਰਲੀ ਹੈ ਕਿ ਉਸ ਰੁੱਖ ਦੇ ਪੱਤੇ ਵੀ ਫਿੱਕੇ ਹੋਣਗੇ। ਕੰਮ ਨਾ ਆਵੇ ਪਤ, ਕੰਮ ਕਿਸੇ ਕੰਮ ਦੇ ਨਿਕੰਮੇ ਹੀ ਰਹਿਣਗੇ। ਇਹਨੂੰ ਤੁਸੀਂ ਐਵੇਂ ਜੋੜੋ, ਦਾਦਾ ਪੁੱਤਰ ਪੋਤਰਾ, ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇ ਪਤ। ਤੇ ਜੇ ਅੰਦਰ ਮਿਠਾਸ ਹੋਏਗੀ ਤੇ ਫਿਰ ਪੀੜ੍ਹੀ ਦਰ ਪੀੜ੍ਹੀ ਅੱਗੇ ਮਿਠਾਸ ਚਲੇਗੀ। ਦਾਦੀ ਨੇ ਹੋਰ ਈਮਾਨ ਨੂੰ ਮਜ਼ਬੂਤ ਕੀਤਾ ਸੀ। ਦੂਜੀ ਪੇਸ਼ੀ ਤੇ ਹੋਰ ਤਗੜੇ ਉਹਨਾਂ ਨੇ
ਜਵਾਬ ਦਿੱਤੇ ਸਿੱਖੀ ਸੋਚ ਦੇ ਬਾਰੇ, ਤੇ ਕਹਿੰਦੇ ਨੇ ਕਿ ਜਦੋਂ ਵੇਖਿਆ ਨਾ ਗੱਲ ਬਣ ਨਹੀਂ ਰਹੀ ਤੇ ਵਜ਼ੀਰ ਖਾਨ ਨੂੰ ਫਿਰ ਲੂਤੀਆਂ ਲਾਉਣੀਆਂ ਸ਼ੁਰੂ ਕੀਤੀਆਂ। ਗੁਲਾਮ ਖਸਰਤ ਦੇ ਮਾਲਕ ਸੁੱਚਾ ਆਨੰਦ ਨੇ, ਜਦੋਂ ਅਸੀਂ ਪੜ੍ਹਦੇ ਹਾਂ ਨਾ ਸਾਈਕੀ ਨੂੰ, ਇੱਕ ਪਾਸੇ ਹੁੰਦਾ ਹੈ ਜਿਹੜੀ ਰਾਜ ਕਰ ਰਹੀ ਜਮਾਤ ਹੁੰਦੀ ਹੈ ਤੇ ਇੱਕ ਪਾਸੇ ਹੁੰਦਾ ਜਿਹੜੀ ਗੁਲਾਮ ਜਮਾਤ ਹੁੰਦੀ ਹੈ। ਕਈ ਵਾਰੀ ਤੁਸੀਂ ਜਦੋਂ ਸੋਚੋਗੇ ਨਾ ਆਜ਼ਾਦ ਕੌਮ ਕਿਵੇਂ ਸੋਚਦੀ ਹੈ ਤੇ ਗੁਲਾਮ ਕਿਵੇਂ ਸੋਚਦੇ ਨੇ, ਤੇ ਖਿਆਲ ਕਰੇ ਸ਼ੇਰ ਮੁਹੰਮਦ ਖਾਨ ਉਹ ਬੰਦਾ ਹੈ ਜਿਨ੍ਹਾਂ ਦਾ ਰਾਜ ਹੈ, ਤੇ ਸੁੱਚਾ ਆਨੰਦ ਪਤਾ ਕੌਣ ਹੈ? ਜਿਹੜਾ ਗੁਲਾਮ ਹੈ। ਹਾਲਾਂਕਿ ਅਹੁਦਾ ਉਹਦਾ ਬਹੁਤ ਵੱਡਾ ਹੈ। ਜਦੋਂ ਸ਼ੇਰ ਮੁਹੰਮਦ ਖਾਨ ਬੋਲਦਾ ਹੈ ਤੇ ਉਹ ਕਹਿੰਦਾ ਹੈ ਛੋਟੇ ਬੱਚੇ ਨੇ, ਕੁਰਾਨ ਛੋਟੇ ਬੱਚਿਆਂ ਦੇ ਉੱਪਰ ਕਿਸੇ ਪ੍ਰਕਾਰ ਦੀ ਸਖਤੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਮੈਂ ਬਾਈਕਾਟ ਕਰਦਾ ਹਾਂ ਇਸ ਦਰਬਾਰ ਦਾ ਜਿੱਥੇ ਛੋਟੇ ਬੱਚਿਆਂ ਦੇ ਉੱਪਰ ਤੁਸੀਂ ਜ਼ੁਲਮ ਕਰਨ ਦਾ ਯਤਨ ਕਰ ਰਹੇ ਹੋ, ਉਹਨੂੰ ਮਿਹਣਾ ਮਾਰਿਆ ਜਾਂਦਾ ਹੈ ਕਿ ਤੈਨੂੰ ਪਤਾ ਨਹੀਂ ਕਿ ਤੇਰੇ ਘਰ ਦੇ ਜੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰਿਆ। ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ तो हम लेंगे बाप से, महफूज रखे खुदा हमको ऐसे पाप से। मैं नहीं पाप करना चाहता, कुरान इजाजत नहीं देंदे। जे मैं बदला लेना है तो पिता कोलों लवांगा, मैं पुत्रों कोलों बदला क्यों लवां? वो भी उन्हां बच्चियां कोलों जिहड़े शीरखोर ने, दुध पीण वाले बच्चे ने। ते सुच्चा आनंद वो पता की कहंदा है? आंदा नीके बारक मत तुम जानो, नागों के ए पूत बखानो। इन्हों छोटे बच्चे ना समझो सप दे पुत ने, सपोलीए ने, इन्हां विच भी उन्ना ही जहर है। जे हुण इन्हां दा मक्कू ना ठप्पिया गया, ये बड़े होके हुकूमत वास्ते सिरदर्दी बनणगे। वो बलदी हुई दे उपर घ्यो पा रहे हैं। क्यों? क्योंकि सरकार दरबार तो वो लेना चाहता है मान सन्मान। गुलाम जो होया उधर आजाद फितरत दा मालक शेर मुहम्मद खान हा दा नारा मारदा ते अज तक मलेरकोटले दे मुसलमानां दे प्रति सिखां दी भावना बड़ी सत्कार वाली है, क्योंकि उन्हां दे वडेरे ने उस समय हा दा नारा मारिया। चौथी पेशी जदों होई, हुण तां पता लग ही गया सी कि मौत जिहड़ी है ना वो पक्की है। मां गुजरी ने बड़ा दिल करके भेजण तो पहला गलवकड़ी विच लिया ते अल्लाह यार खां जोगी कहता है, मां ने कहा आओ जाने से पहले मुंह धुला तो लूं, केसों को कंघी करूं, प्यारे सिरों पे कलगी सजा तो लूं, आओ मरने से पहले तुमको दूल्हा बना तो लूं। ते बड़ा सजा तजा के माता जी ने तोरिया। कितना बड़ा दिल होएगा उन्हां दा। मौत की सजा काजी ने मुकर्रर की जिहड़ी कश दे विच कुरान सी। मैं पिछले दिन ये गल कही सी कि समाज दे विच जदों जागृति कोई लिया रहा हुंदा है ना, जदों कोई इंसाफ की अणख की सच की गल करदा है, पता क्यों उहदे विरोधी हो जाते हैं धार्मिक लोग ते राजनीतिक लोग? क्योंकि जे समाज जागृत हो गया ते ना राजनीतिक लोगों की झूठी राजनीति चल सकनी है ते ना धार्मिक लोग समाज का शोषण कर पाउणगे। इसलिए धार्मिक जमात ते राजनीतिक जमात उस व्यक्ति के खिलाफ हो जाती है जिहड़े व्यक्ति समाज के प्रति गल करते हैं। वो भावें धार्मिक लोग होण ते भावें धर्म के उपर विश्वास ना भी करते होण, धार्मिक व्यक्ति ते राजनीतिक व्यक्ति तुरंत उहदे बरखिलाफ हो जाते हैं, उन्होंने मारते हैं। जे तुहाडे विचों कोई जानदा होवे, आपां गल्लां करदे हैं ना सिखां दे झूठे पुलिस मुकाबले, जिन्हां ने नक्सलवाड़ी लहर बारे सुनिया होएगा, उन्हां नूं पता होएगा कि उस लहर दे बहुते जिहड़े जुझारू सन वो तां धर्म ते रब विच विश्वास नहीं सन करदे, उन्हां दे भी पुलिस मुकाबले बनाए सन। क्योंकि जिहड़ा बंदा समाज दे पक्ष विच गल करेगा वो धर्मी है जां धर्म ते विश्वास नहीं रखदा, कोई देना लेना नहीं। सरकारां ते धार्मिक लोग तुरंत उन्हां व्यक्तियों के खिलाफ हो जाते हैं। डर सी, सरकार नूं डर सी, धर्म नूं भी डर सी। इस वास्ते पोथी कछ दे विच लई होए काजी ने, जिन्हों पता है कुरान की कहती है, अपनी कुरान की सोच दे उल्ट जाके उन्हें साहिबजादियां नूं नीहां दे विच चिणन दा फरमान जारी किया। हुण कोई नहीं अगे आ रहा। छोटे छोटे बच्चे, वो तो पशु पंखियां दे बच्चे भी बड़े प्यारे लगते हैं, मनुख दे बच्चियां नूं कौन इवें मार सकता है? पर कहते हैं
ਕਿ ਜ਼ਰੂਰਤ ਹੋਵੇ ਤੇ ਬੰਦਾ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ। ਪਹਿਲਾਂ ਹੀ ਉਹਨਾਂ ਦੇ ਉੱਪਰ ਕੋਈ ਕੇਸ ਚੱਲ ਰਹੇ ਸਨ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਉਹ ਅੱਗੇ ਆਏ, ਕਹਿੰਦੇ ਜੇ ਸਾਡੇ ਸਾਰੇ ਕੇਸ ਤੁਸੀਂ ਵਾਪਸ ਲੈ ਲਓ ਤੇ ਇਹ ਸਵਾਬ ਦਾ ਕੰਮ ਸਮਝ ਕੇ ਅਸੀਂ ਇਹ ਕੰਮ ਕਰਾਂਗੇ। ਇਵੇਂ ਸਰਕਾਰ ਨੇ ਉਹਨਾਂ ਦੀ ਗੱਲ ਨੂੰ ਮੰਨ ਲਿਆ। ਫਿਰ ਕਹਿੰਦੇ ਨੇ ਉਹਨਾਂ ਨੇ ਨੀਹਾਂ ਦੇ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ। ਹੁਣ ਇੱਥੇ ਵੀ ਗੱਲ ਵੇਖੋ, ਗੱਲ ਦੁਨੀਆ ਦੀ ਹੈ। ਹੋ ਸਕਦਾ ਹੈ ਕਿ ਸ਼ਾਸਲ ਬੇਗ ਤੇ ਬਾਸ਼ਲ ਬੇਗ ਜੇ ਕੇਸਾਂ ਵਿੱਚ ਨਾ ਫਸੇ ਹੁੰਦੇ, ਜੇ ਉਹਨਾਂ ਨੂੰ ਮੌਤ ਦਾ ਡਰ ਨਾ ਹੁੰਦਾ, ਤੇ ਸ਼ਾਇਦ ਉਹ ਵੀ ਅੱਗੇ ਆ ਕੇ ਇਹ ਕੰਮ ਨਾ ਕਰਦੇ। ਪਰ ਉਹਨਾਂ ਨੇ ਵੀ ਸਮਝੌਤਾ ਕਦੋਂ ਕੀਤਾ? ਉਹ ਕਹਿੰਦੇ ਜੀ ਤੁਸੀਂ ਸਰਕਾਰ ਸਾਡੇ ਕੇਸ ਵਾਪਸ ਲੈ ਲਵੇ, ਜਿਹੜੇ ਕੰਮ ਮਾੜੇ ਅਸੀਂ ਕੀਤੇ ਨੇ ਉਹ ਸਾਰੇ ਖਾਰਜ ਕਰ ਦਿੱਤੇ ਜਾਣ ਤੇ ਇਹ ਕੰਮ ਆਪਾਂ ਕਰਦੇ ਹਾਂ। ਕਾਜ਼ੀ ਨੇ ਵੀ ਕਿਉਂ ਫਰਮਾਨ ਜਾਰੀ ਕੀਤਾ ਹੋਇਆ, ਕਿਤੇ ਇਹ ਅਹੁਦਾ ਮੇਰੇ ਕੋਲੋਂ ਨਾ ਖੁੱਸ ਜਾਏ। ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਮੇਰਾ ਪਿਆਰ ਸਤਿਕਾਰ ਬਣਿਆ ਉਹ ਬਣਿਆ ਰਹੇ। ਤੇ ਖਿਆਲ ਕਰਿਓ, ਜਿਹੜੇ ਸਿੱਖਾਂ ਨੇ ਤੀਸਰੇ ਘੱਲੂਘਾਰੇ ਦੇ ਸਮੇਂ ਪੁਲਿਸ ਮੁਕਾਬਲੇ ਬਣਾਏ, ਸਿੱਖਾਂ ਤੇ ਜ਼ੁਲਮ ਕੀਤਾ, ਉਹ 25,000 ਨੌਜਵਾਨਾਂ ਦੀਆਂ ਲਾਸ਼ਾਂ ਦਾ ਮੁੱਲ ਪਾਉਣ ਵਾਲਾ ਜਸਵੰਤ ਸਿੰਘ ਖਾਲੜਾ, ਉਹਨੂੰ ਵੀ ਇੱਕ ਲਾਸ਼ ਬਣਾ ਦਿੱਤਾ। ਉਹ ਸਾਰੇ ਕੌਣ ਸਨ? ਸਿੱਖ ਸਨ। ਤੇ ਕਾਹਦੇ ਵਾਸਤੇ ਉਹਨਾਂ ਨੇ ਕੀਤਾ? ਮਨ ਹਾਰ ਚੁੱਕੇ ਸਨ। ਜਦੋਂ ਮਾਇਆ ਫੂਕ ਮਾਰਦੀ ਹੈ, ਮਨੁੱਖ ਰੂਪੀ ਵਾਜੇ ਦੇ ਅੰਦਰ ਵੱਜਣ ਲੱਗ ਪੈਂਦਾ ਹੈ। ਸਰਕਾਰ ਦੀਆਂ ਬਖਸ਼ਿਸ਼ ਕੀਤੀਆਂ ਜਾ ਰਹੀਆਂ ਪਦਵੀਆਂ, ਉਹ ਤਗਮੇ, ਉਹ ਪੈਸਾ, ਜਿਹਦੇ ਕਰਕੇ ਉਹ ਵਾਜੇ ਬਣ ਕੇ ਇੰਨੇ ਵੱਜਣ ਲੱਗ ਪਏ ਕਿ ਉਹਨਾਂ ਨੇ ਵੇਖਿਆ ਹੀ ਨਾ ਵੀ ਇਹ ਤੇ ਸਾਡੇ ਹੀ ਬੱਚੇ ਨੇ ਜਿਨ੍ਹਾਂ ਨੂੰ ਆਪਾਂ ਮਾਰ ਰਹੇ ਹਾਂ। ਉਹਨਾਂ ਜਲਾਦਾਂ ਨੂੰ ਵੀ ਪਿੱਛੇ ਛੱਡ ਰਹੇ ਹਾਂ, ਜਿਹੜੇ ਜਲਾਦਾਂ ਦੀਆਂ ਕਹਾਣੀਆਂ ਸੁਣਦੇ ਆ ਤੇ ਪੜ੍ਹਦੇ ਆ, ਢਾਡੀਆਂ, ਰਾਗੀਆਂ, ਪ੍ਰਚਾਰਕਾਂ, ਕਵੀਸ਼ਰਾਂ ਕੋਲੋਂ ਅਸੀਂ ਵੱਡੇ ਹੋਏ ਹਾਂ। ਅਸੀਂ ਤੇ ਉਹਨਾਂ ਨੂੰ ਵੀ ਮਾਤ ਪਾ ਰਹੇ ਹਾਂ। ਪਰ ਕੀਤਾ ਕੀ ਜਾਏ, ਮਾਇਆ ਐਵੇਂ ਕਰਾਉਂਦੀ ਹੈ। ਫਿਰ ਉਹਨਾਂ ਨੇ ਨੀਹਾਂ ਚਿਣਨੀਆਂ ਸ਼ੁਰੂ ਕਰ ਦਿੱਤੀਆਂ। ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ। ਇਤਿਹਾਸਕਾਰ ਕਹਿੰਦੇ ਨੇ ਕਿ ਨੀਹਾਂ ਫਟ ਗਈਆਂ। ਚਲੋ ਕਿੱਦਾਂ ਵੀ ਹੋ ਸਕਦਾ ਹੈ, ਉਹਨਾਂ ਨੇ ਵਿੱਚ ਉਹਨਾਂ ਬੱਚਿਆਂ ਨੇ ਕੁਝ ਹਰਕਤ ਕੀਤੀ ਹੋਵੇ ਤਾਂ ਟੁੱਟ ਗਈ ਹੋਵੇ, ਨੀਹਾਂ ਟੁੱਟ ਗਈਆਂ ਹੋਣ। ਪਰ ਐਸਾ ਕਿਹਾ ਜਾਂਦਾ ਹੈ ਕੰਧ ਟੁੱਟ ਗਈ ਡਿੱਗਣ ਦੇ ਬਾਅਦ। ਮੈਂ ਪੜ੍ਹ ਰਿਹਾ ਸੀ ਜਦੋਂ ਇਤਿਹਾਸ ਤੇ ਉਹਦੇ ਵਿੱਚ ਜ਼ਿਕਰ ਆਇਆ ਕੇਸਰ ਸਿੰਘ ਦਾ, ਉਹਨਾਂ ਨੇ ਲਿਖਿਆ ਬੰਸਾਵਲੀ ਨਾਮਿਆਂ ਦੇ ਵਿੱਚ ਕਿ ਬਾਬਾ ਜੋਰਾਵਰ ਸਿੰਘ ਨੂੰ ਤੇ ਖੰਡੇ ਦੇ ਨਾਲ ਉਸੇ ਵੇਲੇ ਸ਼ਹੀਦ ਕਰ ਦਿੱਤਾ। ਬਾਬਾ ਫਤਿਹ ਸਿੰਘ ਦੇ ਸੀਸ ਦੇ ਉੱਪਰ ਜਦੋਂ ਉਹਨਾਂ ਨੇ ਚਲਾਇਆ ਨਾ ਆਪਣਾ ਹਥਿਆਰ, ਤੇ ਉਹ ਕਹਿੰਦੇ ਨੇ ਲਗਭਗ ਅੱਧੀ ਘੜੀ ਉਹ ਚਰਨ ਮਾਰਦੇ ਰਹੇ, ਕਿਉਂਕਿ ਕਿਹਾ ਜਾਂਦਾ ਉਹਨਾਂ ਦੀ ਛਾਤੀ ਤੇ ਗੋਡਾ ਰੱਖ ਕੇ ਉਹਨਾਂ ਦੇ ਧੌਣ ਦੇ ਉੱਪਰ ਛੁਰਾ ਫੇਰਿਆ ਗਿਆ, ਜ਼ਬਾ ਕੀਤਾ ਗਿਆ। ਛੋਟਿਆਂ ਵਿੱਚੋਂ ਵੱਡਾ ਤਾਂ ਉਸੇ ਵੇਲੇ ਸ਼ਹੀਦ ਹੋ ਗਿਆ। ਕੇਸਰ ਸਿੰਘ ਛਿੱਬਰ ਕਹਿੰਦਾ ਬਾਬਾ ਫਤਿਹ ਸਿੰਘ ਦੇ ਧੌਣ ਦੇ ਉੱਪਰ ਜਦੋਂ ਉਹਨਾਂ ਨੇ ਛੁਰਾ ਫੇਰਿਆ, ਕਹਿੰਦੇ ਲਗਭਗ ਅੱਧੀ ਘੜੀ ਉਹ ਚਰਨ ਮਾਰਦੇ ਰਹੇ। ਹੁਣ ਇਹਨੂੰ ਦੂਜੀ ਭਾਸ਼ਾ ਵਿੱਚ ਤੁਸੀਂ ਐਵੇਂ ਕਹੋ, ਅੱਧੀ ਘੜੀ ਤੜਫਣਾ। ਅੱਧੀ ਘੜੀ ਪਤਾ ਕੀ ਹੁੰਦੀ ਹੈ? ਲਗਭਗ 12 ਮਿੰਟ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ। ਅੱਧੀ ਘੜੀ 12 ਮਿੰਟਾਂ ਦੀ। 12 ਮਿੰਟ ਤੱਕ ਉਹਨਾਂ ਦੇ ਸਰੀਰ ਦੇ ਵਿੱਚ ਸਤਾ ਸੀ ਤੇ ਉਹ ਚਰਨ ਮਾਰਦੇ ਰਹੇ। ਇਹ ਸਾਡੇ ਇੱਕ ਇਤਿਹਾਸਕਾਰ ਨੇ ਲਿਖਿਆ। ਪਰ ਜਿਹੜੀ ਗੱਲ ਅੱਲਾ ਯਾਰ ਖਾਨ ਜੋਗੀ ਨੇ ਕਹਿ ਕੇ ਸਮਾਪਤ ਕੀਤੀ, ਉਹ ਕਹਿ ਕੇ ਮੈਂ ਵੀ ਸਮਾਪਤੀ ਕਰਾਂਗਾ। ਉਹ ਕਹਿੰਦਾ ਹੈ ਹਮ ਸਿਰ ਦੇ ਕੇ औरों की जाने बचा चले, सिक्खी की नींव हम हैं अपने सुरों पे उठा चले, ਸਿੰਘੋਂ की सल्तनत का है पौधा लगा चले। ਉਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਤੱਕ ਰਾਜ ਪੈਦਾ ਹੋਇਆ। ਆਖਰੀ ਉਹਦੀਆਂ 2 ਸਤਰਾਂ ਨੇ, ਕਹਿੰਦਾ ਜੋਗੀ ਜੀ इसके बाद हुई थोड़ी देर थी, बस्ती सरहंद शहर की ईंटों का ढेर थी। छोटे साहिबजादियां दी शहादत, ਉਹਦਾ ਦੁੱਖ ਕੇਵਲ ਸਿੱਖਾਂ ਨੇ ਨਹੀਂ ਮਨਾਇਆ। ਮੈਂ ਇਤਿਹਾਸਕਾਰਾਂ ਨੂੰ ਪੜ੍ਹਿਆ, ਉਹ ਕਹਿੰਦੇ ਨੇ ਰਾਜਪੂਤਾਨਾ ਪੂਰੇ ਭਾਰਤ ਵਿੱਚ ਜਿੱਥੋਂ ਤੱਕ ਉਹ ਕਹਾਣੀ ਕਿਸੇ ਨੂੰ ਵੀ ਸੁਣਾਈ ਦਿੱਤੀ, ਹਰ ਇੱਕ ਅੱਖ ਰੋਈ। ਇੱਥੋਂ ਤੱਕ ਉਹ ਸਰਹੰਦ ਸ਼ਹਿਰ ਜਿਹਦੇ ਵਿੱਚ ਕਾਰਾ ਵਾਪਰਿਆ, ਉਸ ਸਰਹੰਦ ਸ਼ਹਿਰ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ। ਔਰ ਉਸ ਸ਼ਹਾਦਤ ਨੇ ਸਿੱਖਾਂ ਨੂੰ ਇੰਨੀ ਤਾਕਤ ਦਿੱਤੀ। ਮੈਂ ਪਿੱਛੇ ਵੀ ਇੱਕ ਗੱਲ ਸੁਣਾਈ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਕੋਈ ਵੱਡੇ ਹਥਿਆਰ ਨਹੀਂ ਸਨ। ਉਹਦੇ ਕੋਲ ਕੋਈ ਤਰਬੀਅਤ ਜਾਪਦਾ ਫੌਜਾਂ ਨਹੀਂ ਸਨ। ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਖੜੋਂਦਾ ਸੀ ਕੋਈ ਗੱਲ ਕਹਿੰਦਾ ਸੀ, ਚਮਕੌਰ
ਦੀ ਗੜੀ ਤੁਹਾਨੂੰ ਆਵਾਜ਼ਾਂ ਮਾਰਦੀ ਹੈ, ਸਰਹੰਦ ਦੀ ਦੀਵਾਰ ਤੁਹਾਨੂੰ ਆਵਾਜ਼ਾਂ ਮਾਰਦੀ ਹੈ। ਉਹ ਬੱਚਿਆਂ ਦੇ ਡੁੱਲੇ ਹੋਏ ਖੂਨ ਦਾ ਇੱਕ ਇੱਕ ਕਤਰਾ ਤੁਹਾਨੂੰ ਆਵਾਜ਼ਾਂ ਮਾਰਦਾ ਹੈ। ਬਸ ਆਹ ਗੱਲ ਕਹਿੰਦਾ ਸੀ ਤੇ ਆਮ ਵਿਅਕਤੀ ਦੇ ਜੁੱਸੇ ਦੇ ਅੰਦਰ ਵੀ ਲੜਨ ਭਿੜਨ ਦਾ ਚਾਉ ਪੈਦਾ ਹੋ ਜਾਂਦਾ ਸੀ। ਪਰ ਖਿਆਲ ਕਰਿਓ, ਜਿਹੜੇ ਸ਼ਹੀਦ ਹੁੰਦੇ ਨੇ ਨਾ, ਉਹ ਕੌਮਾਂ ਦੇ ਵਿੱਚ ਸਤਾ ਪਾ ਕੇ ਜਾਂਦੇ ਨੇ। जो आशिक है शहादत के वो जीना छोड़ देते हैं, जिस्म को समझकर खिलौना खुशी से फोड़ देते हैं। ना तख्तो ताज ना हूरों की हसरत, ना तख्तो ताज ना हूरों की हसरत, खुदा भी खुदाई दे तो वापस मोड़ देते हैं। शहीद की जो मौत है वो कौम की हयात है, हयात तो हयात है, वो मौत भी हयात है। कौमां नूं जिंदगी देंदी, हयात देंदी है शहीद दी मौत। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕੌਮ ਨੂੰ ਹਮੇਸ਼ਾ ਹੀ ਜ਼ਿੰਦ ਦਿੱਤੀ ਹੈ, ਬਸ਼ਰਤੇ ਕਿ ਅੱਜ ਵੀ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪ ਵੀ ਸਮਝੀਏ, ਆਪਣੇ ਬੱਚਿਆਂ ਤੱਕ ਲੈ ਕੇ ਜਾਈਏ, ਗੰਗੂ ਦੀ ਫਿਤਰਤ ਤੋਂ ਬਚ ਕੇ ਆਪਣੀ ਫਿਤਰਤ ਨੂੰ ਸਾਹਿਬਜ਼ਾਦਿਆਂ ਵਾਲੀ ਬਣਾਈਏ। ਕੇਵਲ ਆਪਣੇ ਸਿੱਖ ਭਰਾਵਾਂ ਨੂੰ ਹੀ ਕਿਉਂ ਕਹੀਏ? ਖਿਆਲ ਕਰਿਓ, ਮਨ ਤੇ ਨਿਹੰਗ ਖਾਂ ਦਾ ਵੀ ਬੜਾ ਮਜ਼ਬੂਤ ਸੀ, ਗਨੀ ਖਾਂ ਤੇ ਮਨੀ ਖਾਂ ਦਾ ਵੀ ਬੜਾ ਮਜ਼ਬੂਤ ਸੀ। ਮਨ ਜਿਹੜਾ ਸੀ ਉਹ ਰਾਏ ਕੱਲੇ ਦਾ ਵੀ ਬੜਾ ਮਜ਼ਬੂਤ ਸੀ, ਪੀਰ ਬੁੱਧੂ ਸ਼ਾਹ ਦਾ ਵੀ ਬੜਾ ਤਾਕਤਵਰ ਸੀ। ਮਨ ਬਣਾਈਏ ਉਹਨਾਂ ਮਹਾਨ ਸਿੱਖਾਂ ਵਰਗਾ, ਫਿਰ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖਰੀਦ ਪਾਏਗੀ। ਇਹ ਸ਼ਹਾਦਤਾਂ ਸਾਡੇ ਮਨ ਨੂੰ ਤਾਕਤਵਰ ਕਰਦੀਆਂ ਨੇ, ਮਾਇਆ ਦੇ ਉੱਪਰ ਸਵਾਰ ਹੋਣ ਦੀ ਸਮਰੱਥਾ ਦਿੰਦੀਆਂ ਨੇ। ਜਿਹੜੇ ਮਾਇਆ ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ, ਦੁਨੀਆ ਉਹਨਾਂ ਦੇ ਪਿੱਛੇ ਤੁਰਦੀ ਹੈ, ਮਾਇਆ ਵੀ ਉਹਨਾਂ ਦੇ ਪਿੱਛੇ ਤੁਰਦੀ ਹੈ। ਇਹ ਸਿੱਖਿਆ ਆਪਾਂ ਅੱਜ ਦੀ ਮਹਾਨ ਸ਼ਹਾਦਤ ਦੇ ਵਿੱਚੋਂ ਲੈ ਕੇ ਜਾਣ ਦਾ ਯਤਨ ਕਰਨਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।